ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਦੇ ਰਾਹੀਂ ਅਸੀਂ ਫਿਰ ਤੋਂ ਜੁੜ ਚੁੱਕੇ ਹਾਂ ਤੁਹਾਡੇ ਨਾਲ ਤੇ ਇੱਕ ਬਾਣੀ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਹੀ ਨਿੱਘਾ ਸਵਾਗਤ ਹੈ। ਤਾਂ ਦਰਸ਼ਕੋ, ਇੱਕ ਬਾਣੀ ਚੈਨਲ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਸਿੱਖ ਸਰਗਰਮੀਆਂ ਤੋਂ ਤੁਹਾਨੂੰ ਰੂਬਰੂ ਕਰਵਾਇਆ ਜਾਵੇ। ਤਾਂ ਇਹ ਸਾਰਿਆਂ ਦਾ ਇੱਕ ਬਹੁਤ ਹੀ ਲੋੜੀਂਦਾ ਤੇ ਪਹਿਲ ਦੇ ਆਧਾਰ ਤੇ ਫਰਜ਼ ਬਣਦਾ ਹੈ ਕਿ ਸਿੱਖ ਸਰਗਰਮੀਆਂ ਤੇ ਧਿਆਨ ਵੀ ਦਈਏ, ਉਹਨਾਂ ਦੇ ਵਿੱਚ ਆਪਾਂ ਸ਼ਾਮਿਲ ਵੀ ਹੋਈਏ। ਸਾਨੂੰ ਪਤਾ ਲੱਗੇ ਕਿ ਜੰਮੂ ਕਸ਼ਮੀਰ ਦੀਆਂ ਜਿਹੜੀ ਸਾਡੇ ਸਿੱਖ ਸਰਗਰਮੀਆਂ ਦੇ ਵਿੱਚ ਕੀ ਕੁਝ ਵਿਚਰ ਰਿਹਾ, ਕੀ ਕੁਝ ਹੋ ਰਿਹਾ, ਕੀ ਕੁਝ ਨਵਾਂ ਹੋਰ ਹੋਣ ਜਾ ਰਿਹਾ, ਕਿਉਂਕਿ ਅਸੀਂ ਗੁਰੂ ਘਰਾਂ ਦੇ ਨਾਲ ਜੁੜੇ ਹੋਏ ਆ, ਜਿਨ੍ਹਾਂ ਨੂੰ ਅਸੀਂ ਨੁਮਾਇੰਦੇ ਚੁਣਦੇ ਆ। ਉਹਨਾਂ ਤੇ ਇੰਨਾ ਜ਼ਿਆਦਾ ਸਾਨੂੰ ਟਰਸਟ ਹੁੰਦਾ ਹੈ ਕਿ ਸਾਨੂੰ ਪਤਾ ਸਾਡੇ ਗੁਰਦੁਆਰਾ ਸਾਹਿਬ ਦੀ ਚਾਹੇ ਇਮਾਰਤਾਂ ਦੀ ਉਸਾਰੀ ਦੀ ਗੱਲ ਕੀਤੀ ਜਾਵੇ, ਚਾਹੇ ਕਿਸੇ ਨੂੰ ਖਜ਼ਾਨਾ ਆਪਾਂ ਕਹਿ ਸਕਦੇ ਕੈਸ਼ੀਅਰ ਬਣਾਇਆ ਜਾਂਦਾ, ਕੋਈ ਸਕੱਤਰ ਹੁੰਦਾ, ਸੇਵਾਵਾਂ ਹੁੰਦੀਆਂ ਨੇ, ਇਹ ਉਹਨਾਂ ਤੇ ਬਹੁਤ ਜ਼ਿਆਦਾ ਸਾਨੂੰ ਟਰਸਟ ਹੁੰਦਾ, ਅੱਖਾਂ ਮੀਚ ਕੇ ਆਪਾਂ ਯਕੀਨ ਕਰਦੇ ਆ। ਹੁਣ ਇੱਕ ਰੋਜ਼ਾਨਾ ਦਾ ਵਿਸ਼ਾ ਬਣਿਆ ਹੋਇਆ ਜਿਹੜਾ ਕਿ ਬਹੁਤ ਹੀ ਗੰਭੀਰ ਮੁੱਦਾ ਹੀ ਕਹਿ ਸਕਦੇ ਆ ਆਪਾਂ ਇਹਨੂੰ, ਕਿ ਰੋਜ਼ਾਨਾ ਆਪਾਂ ਦੂਜੇ ਤੀਜੇ ਦਿਨ ਪੇਪਰ ਦੇ ਵਿੱਚ ਪੜ੍ਹਦੇ ਆ ਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਮੁੱਦਾ ਜਿਹੜਾ ਗਰਮਾਇਆ ਹੋਇਆ। ਗੱਲ ਕਰੀਏ ਇਲੈਕਸ਼ਨ ਵਰਸਸ ਨੋਮੀਨੇਸ਼ਨ, ਸਾਰਿਆਂ ਦੇ ਇਹਨੂੰ ਲੈ ਕੇ ਵੱਖਰੀ ਵੱਖਰੀ ਹੁਣ ਸੋਚ ਵੀ ਹੋਵੇਗੀ, ਵੱਖਰੇ ਵੱਖਰੇ ਵਿਚਾਰ ਵੀ ਹੋਣਗੇ, ਪਰ ਆਪਾਂ ਹੌਲੀ ਹੌਲੀ ਇੱਕ ਬਾਣੀ ਚੈਨਲ ਦੇ ਰਾਹੀਂ ਸਾਰਿਆਂ ਦੇ ਵਿਚਾਰ ਤੁਹਾਡੇ ਤੱਕ ਰੱਖਾਂਗੇ ਜ਼ਰੂਰ। ਅੱਜ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਇਸੇ ਮੁੱਦੇ ਦੇ ਉੱਤੇ ਸਾਡੇ ਨਾਲ ਮੌਜੂਦ ਨੇ ਸਾਬਕਾ ਸਕੱਤਰ ਸਰਦਾਰ ਅਵਤਾਰ ਸਿੰਘ ਜੀ ਖਾਲਸਾ, ਜਿਹੜੇ ਕਿ ਹੁਣ ਮੌਜੂਦਾ ਐਜ਼ ਅ ਮੈਂਬਰ ਆਪਣੀ ਡਿਊਟੀ ਨਿਭਾ ਰਹੇ ਨੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਤੇ ਉਹਨਾਂ ਦੇ ਨਾਲ ਹੀ ਬੈਠੇ ਨੇ ਜਥੇਦਾਰ ਮੋਹਿੰਦਰ ਸਿੰਘ ਜੀ, ਤੇ ਮੇਰੇ ਸੱਜੇ ਪਾਸੇ ਬੈਠੇ ਹੋਏ ਨੇ ਸਰਦਾਰ ਮਨਮੋਹਨ ਸਿੰਘ ਜੀ, ਜਿਹੜੇ ਸਾਬਕਾ ਮੈਂਬਰ ਨੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਸਿਟਿੰਗ ਮੈਂਬਰ ਔਰ ਸਰਦਾਰ ਅਵਤਾਰ ਸਿੰਘ ਜੀ ਖਾਲਸਾ, ਜਿਹੜੇ ਕਿ ਮੌਜੂਦਾ ਮੈਂਬਰ ਨੇ, ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਇੱਕ ਬਾਣੀ ਚੈਨਲ ਦੇ ਉੱਤੇ ਇਹਨਾਂ ਦਾ ਸਾਰਿਆਂ ਦਾ ਬਹੁਤ ਹੀ ਸਵਾਗਤ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਜ਼ਰੂਰੀ ਜਿਹੜੇ ਵਿਸ਼ੇ ਨੇ, ਜ਼ਰੂਰੀ ਗੱਲਬਾਤ ਜਿਹੜੀ ਸਿੱਖ ਸੰਗਤ ਤੱਕ ਪਹੁੰਚਣੀ ਜ਼ਰੂਰੀ ਹੈ, ਉਹਨੂੰ ਆਪਣਾ ਫਰਜ਼ ਸਮਝਦੇ ਹੋਏ ਆਪਣੇ ਵਿਚਾਰਾਂ ਦੇ ਰਾਹੀਂ ਪਹੁੰਚਾ ਰਹੇ ਹੋ। ਸਭ ਤੋਂ ਪਹਿਲਾਂ ਜਿਹੜਾ ਹੁਣ ਬਹੁਤ ਹੀ ਗਰਮਾਇਆ ਹੋਇਆ ਮੁੱਦਾ, ਆਪਾਂ ਗੰਭੀਰ ਮੁੱਦਾ ਵੀ ਇਹਨੂੰ ਕਹਿ ਸਕਦੇ ਆ, ਕਿਉਂਕਿ ਸਿੱਖ ਸੰਗਤ ਹੈ ਜਿਹੜੀ ਵਿਚਾਰੀ ਗੁਰੂ ਘਰਾਂ ਦੇ ਵਿੱਚ ਆਉਂਦੀ ਹੈ, ਭੋਲੀ ਸੰਗਤ ਹੀ ਆਪਾਂ ਕਹਿ ਸਕਦੇ ਆ, ਸ਼ਰਧਾ ਤੇ ਭਾਵਨਾ ਦੇ ਨਾਲ ਆਉਂਦੀ ਹੈ, ਪਰ ਫਿਰ ਵੀ ਟਰਸਟ ਹੁੰਦਾ, ਉਹਨੂੰ ਵਿਸ਼ਵਾਸ ਹੁੰਦਾ ਹੈ ਕਿ ਜਿਨ੍ਹਾਂ ਨੂੰ ਅਸੀਂ ਨੁਮਾਇੰਦੇ ਚੁਣ ਕੇ ਭੇਜ ਰਹੇ ਆ ਨਾ, ਉਹ ਸਾਡੀ ਪੈਰਵਾਈ ਕਰਨਗੇ, ਅਗਾਂਹ ਸਾਡੇ ਗੁਰੂ ਘਰਾਂ ਦੇ ਵਿੱਚ ਆਪਣੀਆਂ ਸੇਵਾਵਾਂ ਨੂੰ ਇਮਾਨਦਾਰੀ ਨਾਲ ਨਿਭਾ ਰਹੇ ਨੇ। ਪਰ ਹੁਣ ਇੱਥੇ ਗੰਭੀਰ ਮੁੱਦਾ ਇਹ ਹੈ ਕਿ ਇਲੈਕਸ਼ਨ ਵਰਸਸ ਨੋਮੀਨੇਸ਼ਨ। ਹੁਣ ਕੀ ਸਾਡੇ ਗੁਰੂ ਘਰਾਂ ਦੇ ਜਿਹੜੇ ਫੈਸਲੇ ਨੇ ਉਹ ਸਿੱਖ ਸੰਗਤ ਦੀ ਬਜਾਏ ਕੋਈ ਹੋਰ ਕਰੇਗਾ? ਤੁਸੀਂ ਕਿਵੇਂ ਦੇਖਦੇ ਹੋ ਇਲੈਕਸ਼ਨ ਤੇ ਨੋਮੀਨੇਸ਼ਨ ਨੂੰ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਧੰਨਵਾਦ ਕਰਦਾ ਇਕਬਾਨੀ ਚੈਨਲ ਦਾ, ਔਰ ਇਕਬਾਨੀ ਚੈਨਲ ਜਿਹੜਾ ਹੈ ਬਾਖੂਬੀ ਸਿੱਖ ਇਸ਼ੂਜ਼ ਤੇ ਗੱਲ ਕਰ ਰਿਹਾ, ਉਹ ਮੁੱਦਾ ਚੁੱਕ ਰਿਹਾ, ਔਰ ਹਰ ਮੁੱਦੇ ਤੇ ਆਈਡੀਓਲੋਜੀਕਲ ਡਿਫਰੈਂਸ ਹੁੰਦੇ ਨੇ, ਉਹ ਕਦੀ ਵੀ ਸੇਮ ਨਹੀਂ ਹੁੰਦੇ ਜੀ। ਬਿਲਕੁਲ, ਉਹ ਬਿਲਕੁਲ ਕਿਤੇ ਨਾ ਕਿਤੇ ਆਪਸ ਤਕਰਾਰ ਥੋੜਾ ਬਹੁਤ ਹੁੰਦਾ ਹੈ। ਅੱਜ ਤੁਸੀਂ ਸਾਡੇ ਨਾਲ ਇਸ ਗੱਲ ਵਿਸ਼ੇ ਤੇ ਆਏ ਹੋ ਕਿ ਇਲੈਕਸ਼ਨ ਵਰਸਸ ਨੋਮੀਨੇਸ਼ਨ। ਇਹ ਮੇਰੇ ਨਾਲ ਬੈਠੇ ਸਾਡੇ ਸਤਿਕਾਰਯੋਗ ਸੀਨੀਅਰ ਮੋਸਟ, ਅੱਜ ਸਭ ਤੋਂ ਸੀਨੀਅਰ ਬੰਦੇ ਹੈਗੇ ਜਥੇਦਾਰ ਸਰ ਮੋਹਿੰਦਰ ਸਿੰਘ ਜੀ, ਸਾਡੇ ਪਿਤਾ ਸਮਾਨ। ਰਮਨ ਜੀ, ਪਿਛਲੇ 5 ਤਰੀਕ ਦੇ ਗੁਰਪੁਰਬ ਤੋਂ ਬਾਅਦ ਔਰ ਉਸ ਤੋਂ ਪਹਿਲੇ ਵੀ ਮੈਂ ਰੋਜ਼ ਦੇਖਦਾ ਕਿਸੇ ਨਾ ਕਿਸੇ ਪੇਪਰ ਵਿੱਚ ਇਹ ਗੱਲ ਆਈ ਹੁੰਦੀ ਹੈ ਕਿ ਇੰਪਲੀਮੈਂਟ ਦਾ ਆਰਡਰ ਆਫ ਹਾਈ ਕੋਰਟ ਇਮੀਡੀਏਟਲੀ ਐਂਡ ਨੋਮੀਨੇਟ ਦਾ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ। ਕਦੇ ਤੁਸੀਂ ਧਿਆਨ ਨਾਲ ਪੜ੍ਹੋ, ਉੱਥੇ ਕਮੇਟੀ ਆਉਂਦਾ, ਕਮੇਟੀ 'ਚ ਨਹੀਂ ਆਉਂਦਾ। ਇਹ ਬੜਾ ਸੀਰੀਅਸ ਇਸ਼ੂ ਹੈ। ਕਮੇਟੀ ਜੀ, ਉਹ ਸਿਰਫ ਜੰਮੂ ਦੀ ਕਮੇਟੀ ਪਿੱਛੇ ਪਿਆ ਜੀ, ਠੀਕ ਹੈ। ਔਰ ਇੱਕ ਬੜੀ ਇਸ ਨੂੰ ਹੁਣ ਕਿਸ ਤਰੀਕੇ ਨਾਲ ਮੈਂ ਕਹਾਂ ਕਿ ਜਿਹੜੇ ਬੰਦੇ ਇਸ ਲਈ ਨੋਮੀਨੇਸ਼ਨ ਦੀ ਗੱਲ ਕਰ ਰਹੇ ਆ,
ਇੱਕ ਮੈਂ ਤੁਹਾਡੇ ਚੈਨਲ ਰਾਹੀਂ ਬੜਾ ਕਲੀਅਰ ਕੱਟ ਕਹਿਣਾ ਚਾਹੁੰਦਾ, ਸਾਡੀ ਡਿਪਕਮ ਸਾਹਿਬ ਨਾਲ ਮੀਟਿੰਗ ਹੋਈ, ਸਾਡੀ ਡੀਸੀ ਸਾਹਿਬ ਨਾਲ ਮੀਟਿੰਗ ਹੋਈ, ਸਾਡੀ ਐਲਜੀ ਸਾਹਿਬ ਨਾਲ ਮੀਟਿੰਗ ਹੋਈ, ਉਹ ਨੋਮੀਨੇਸ਼ਨ ਦੇ ਹੱਕ ਵਿੱਚ ਕਤਈ ਨਹੀਂ ਹੈਗੇ, ਟੋਟਲੀ ਦੇ ਆਰ ਨਾਟ ਇੰਟਰਸਟਿਡ। ਉਹ ਕਹਿੰਦੇ ਆ ਵੀ ਤੁਹਾਡੀ ਇਸ਼ੂ ਹੈਗੇ, ਤੁਸੀਂ ਆਪਣੇ ਘਰ ਬਹਿ ਕੇ ਸਾਲਵ ਕਰੋ, ਅਸੀਂ ਇਲੈਕਸ਼ਨ ਚਾਹੁੰਦੇ ਹਾਂ। ਕੌਣ? ਗਵਰਨਮੈਂਟ ਜੀ ਐਡਮਿਨਿਸਟ੍ਰੇਸ਼ਨ ਇਲੈਕਸ਼ਨ ਚਾਹੁੰਦੀ ਹੈ, ਲੇਕਿਨ ਸੋ ਕਾਲਡ ਆਪਣੇ ਆਪ ਨੂੰ ਸਿੱਖੀ ਦੇ ਹਮਦਰਦ ਸਮਝਣ ਵਾਲੇ, ਮੁਬਾਰਕ ਉਹਨਾਂ ਨੂੰ, ਮੈਂ ਉਹਨਾਂ ਦੀ ਕਿਸੇ ਗੱਲ ਨੂੰ ਨਿਖੇਧ ਨਹੀਂ ਕਰਦਾ, ਲੇਕਿਨ ਇਹ ਜਿਹੜੇ ਨੋਮੀਨੇਸ਼ਨ ਦੀਆਂ ਲਿਸਟਾਂ ਜਾ ਰਹੀਆਂ, ਨੋਮੀਨੇਸ਼ਨ ਵਾਸਤੇ ਰੌਲਾ ਪਾ ਰਿਹਾ, ਇਹ ਕੀ ਹੈ? ਇੱਕ ਚੋਰ ਦਰਵਾਜ਼ੇ ਐਂਟਰੀ ਆ। ਜੀ ਸਾਡਾ ਐਕਟ ਬਣਿਆ 1975 ਵਿੱਚ, ਜੀ ਠੀਕ ਹੈ, 1973 ਵਿੱਚ ਬਣਿਆ ਜੀ, 1973 ਵਿੱਚ ਐਕਟ ਬਣਿਆ। ਔਰ ਪਹਿਲੀ ਇਲੈਕਸ਼ਨ, ਇਹ ਦੇਖੋ, ਮੈਂ ਤੁਸੀਂ ਜਿਹੜੇ ਮੈਨੂੰ ਕਿਹਾ ਤੇ ਤੁਸੀਂ ਆਪਣੀ ਕੈਮਰਾ ਵਗੈਰਾ ਸੈੱਟ ਕਰ ਰਹੇ ਸੀ, ਤਾਂ ਮੈਂ ਉਸ ਵੇਲੇ ਇੱਕ ਪੰਥੀ ਝਾਤ ਮਾਰ ਰਿਹਾ ਸਾਂ ਸਾਰੀ ਇਸ ਡਿਸਟ੍ਰਿਕਟ ਕਮੇਟੀਜ਼ ਉੱਪਰ, ਕਿਉਂਕਿ ਮੇਰਾ 63 ਦਾ ਬਰਥ ਹੈ, ਜੀ ਠੀਕ ਹੈ। ਇਹ 1973 ਵਿੱਚ ਐਕਟ ਬਣਦਾ, ਠੀਕ। ਜਥੇਦਾਰ ਮਹਿੰਦਰ ਸਿੰਘ ਜੀ 1975 ਦੀ ਪਹਿਲੀ ਇਲੈਕਸ਼ਨ 'ਚ ਇਨਵੋਲਵ ਹੁੰਦੇ ਆ, ਜੀ ਅੱਜ ਤੱਕ ਇਨਵੋਲਵ ਆ, ਠੀਕ ਹੈ। 4 ਵਾਰ ਇਹ ਮੈਂਬਰ ਰਹਿ ਚੁੱਕੇ ਆ, ਇੱਕ ਵਾਰ ਇਹਨਾਂ ਨੇ ਬੋਰਡ ਦੀ ਇਲੈਕਸ਼ਨ ਵੀ ਲੜੀ ਆ। ਜਿਹੜੀ ਗੱਲ ਮੈਂ ਤੁਹਾਨੂੰ ਬੜੀ ਸੀਰੀਅਸਲੀ ਡਿਸਕਸ ਕਰਨਾ ਚਾਹੁੰਦਾ, 75 ਤੋਂ 22 ਤੱਕ 47 ਸਾਲ ਦਾ ਸਮਾਂ ਬਣਦਾ, 47 ਇਅਰਸ। ਜੀ ਇਹ ਮੈਂ ਤੁਹਾਨੂੰ ਫਿਗਰਸ ਦੇ ਰਿਹਾ, ਮੈਂ ਆਈ ਐਮ ਨਾਟ ਕਿ ਇੱਕ ਆਵਾਜ਼ ਤੀਰ ਨਹੀਂ ਮਾਰ ਰਿਹਾ ਮੈਂ। ਜੀ ਜੀ ਪਹਿਲੀ ਵਾਰੀ ਕਮੇਟੀ ਬਣਦੀ ਹੈ 1975 ਵਿੱਚ, ਉਹਦਾ ਟਾਈਮ ਪੀਰੀਅਡ ਸੀ 2 ਸਾਲ। ਜੀ ਉਸ ਵਿੱਚ ਡਾਕਟਰ ਮੋਦੀ ਸਾਹਿਬ ਬਣਦੇ ਆ ਪਹਿਲੇ ਜੰਮੂ ਡਿਸਟ੍ਰਿਕਟ ਦੇ ਪ੍ਰਧਾਨ। ਮਤਲਬ ਜੰਮੂ ਡਿਸਟ੍ਰਿਕਟ ਦੀ ਨੌਲੇਜ ਹੈ ਮੇਰੇ ਕੋਲ, ਬਾਕੀ ਮੈਂ ਡਾਟਾ ਕਲੈਕਟ ਕਰਕੇ ਕਿਤੇ ਫਿਰ ਤੁਹਾਨੂੰ ਸਾਂਝਾ ਕਰਾਂ। ਜੀ ਬੇਸਿਕਲੀ ਇਸ ਕਮੇਟੀ, ਇਸ ਐਕਟ ਨੂੰ ਬਣਾਉਣ ਵਾਲੇ ਹੈਗੇ ਪਟਨ ਦੇ ਸਰਦਾਰ ਸੁਰਿੰਦਰ ਸਿੰਘ ਜੀ, ਠੀਕ ਹੈ। ਉਹਨਾਂ ਦਾ ਬਹੁਤ ਯੋਗਦਾਨ ਹੈ ਇਹਦੇ ਵਿੱਚ। ਉਹਦੇ ਬਾਅਦ ਦਾ ਬ੍ਰਦਰ ਸੀ ਡਾਕਟਰ ਹਰਭਜਨ ਸਿੰਘ, ਇਹਨਾਂ ਦਾ ਯੋਗਦਾਨ ਕਰਕੇ ਇਹਨਾਂ ਨੇ ਮਿਲ ਕੇ ਐਕਟ ਬਣਾਇਆ। ਸਮੇਂ ਅਨੁਸਾਰ ਐਕਟ ਬਹੁਤ ਵਧੀਆ ਸੀ, ਜੀ ਅੱਜ ਵੀ ਸਾਡੀਆਂ ਜ਼ਰੂਰਤਾਂ ਪੂਰੀਆਂ ਕਰ ਰਿਹਾ, ਲੇਕਿਨ ਖਾਮੀਆਂ ਹੈਗੀਆਂ, ਖਾਮੀਆਂ ਘੱਟ ਆ। ਇਹ ਜਿਹੜੇ ਦੂਜੇ ਲੋਕ ਆ ਨਾ, ਨੋਮੀਨੇਸ਼ਨ ਥਰੂ ਐਂਟਰ ਕਰਨਾ ਚਾਹੁੰਦੇ ਆ, ਉਹ ਖਾਮੀਆਂ ਲੱਭ ਕੇ ਲਿਆਂਦੇ ਆ ਐਕਟ 'ਚੋਂ। ਦੇਖੋ, ਇੱਕ ਮੈਂ ਬੜਾ ਸਿੰਪਲ ਜੀ ਤੁਹਾਨੂੰ ਕਹਿਣਾ, ਇੱਕ ਅਫਸਰ ਆਰਡਰ ਦਿੰਦਾ, ਰੋਕੋ ਨਾ ਜਾਣ ਦਿਓ। ਜੀ ਹੁਣ ਜਿਹੜਾ ਸੰਤਰੀ ਡਿਊਟੀ ਤੇ ਖੜਾ ਨਾ, ਉਹ ਉਹਦੇ ਤੇ ਡਿਪੈਂਡ ਕਰਦਾ ਕਿ ਨਾ ਪਹਿਲੇ ਯੂਜ਼ ਕਰਦਾ ਕਿ ਨਾ ਬਾਅਦ ਯੂਜ਼ ਕਰਦਾ। ਰੋਕੋ ਨਾ ਜਾਣ ਦਿਓ, ਤੇ ਜਾਂ ਯੂਜ਼ ਕਰਦਾ ਰੋਕੋ ਨਾ ਜਾਣ ਦਿਓ। ਜੀ ਇਹ ਜਾਣ ਦੀ ਗੁੰਜਾਇਸ਼ ਵੀ ਹੈ ਤੇ ਰੋਕਣ ਦੀ ਗੁੰਜਾਇਸ਼ ਵੀ ਹੈਗੀ ਹੈ। ਇਹ ਐਕਟ ਇੰਨਾ ਮਾੜਾ ਨਹੀਂ ਜਿੰਨਾ ਮਾੜਾ ਸਾਡੇ ਇਹਨਾਂ ਲੋਕਾਂ ਨੇ ਕਰ ਛੱਡਿਆ। ਸਾਡੀ ਹੁਣ ਐਲਜੀ ਸਾਹਿਬ ਨਾਲ ਗੱਲ ਹੋਈ, ਉਹ ਐਲਜੀ ਸਾਹਿਬ ਇੰਟਰਸਟਿਡ ਆ ਕਿ ਦਿੱਲੀ ਪੈਟਰਨ ਤੇ ਆਪਾਂ ਇਸ ਕਮੇਟੀ ਨੂੰ, ਐਕਟ ਨੂੰ ਲਾਗੂ ਕਰੀਏ। ਮੈਂ ਫਿਰ ਵਿਸ਼ਵ ਸਾਈਡ ਚਲਾ ਗਿਆ। 1975 ਤੋਂ ਲੈ ਕੇ 2022 ਤੱਕ 47 ਸਾਲ ਦਾ ਵੀ ਸਮਾਂ ਬਣਦਾ। 1975 ਵਿੱਚ 2 ਸਾਲ ਵਾਸਤੇ ਇਲੈਕਸ਼ਨ ਹੁੰਦੀ ਹੈ, 1977 ਵਿੱਚ 77 ਦੁਆਰਾ ਇਲੈਕਸ਼ਨ ਹੁੰਦੀ ਹੈ, ਜੀ ਉਹ ਹੁੰਦੀ ਹੈ 3 ਸਾਲ ਵਾਸਤੇ। ਪਹਿਲੇ 'ਚ ਬੰਦੇ ਡਾਕਟਰ ਮੋਦੀ ਸਾਹਿਬ, ਫਿਰ ਹੁੰਦੀ ਹੈ 1977 ਵਿੱਚ, ਇਹ 3 ਸਾਲ ਵਾਸਤੇ ਹੁੰਦੀ ਹੈ। ਇਹਦੇ ਵਿੱਚ ਬੰਦੇ ਆ ਗਿਆਨੀ ਲਾਲ ਸਿੰਘ ਜੀ, ਗਿਆਨੀ ਲਾਲ ਸਿੰਘ ਜੀ ਬੰਦੇ ਆ, ਪੰਥ ਦੇ ਬੜੇ ਮਹਾਨ, ਅੱਜ ਤੱਕ ਸਤਿਕਾਰਯੋਗ। ਮੈਂ ਕਈ ਵਾਰ ਡਿਸਕਸ ਕਰੀਦਾ। ਇੱਕ ਦਿਨ ਮੁੰਡਾ ਸਾਡੇ ਕੋਲ ਬੈਠਾ ਸੀ, ਉਹਦਾ ਨਾਮ ਮੁੰਡੇ ਦਾ ਬਚਿੱਤਰ ਸਿੰਘ, ਉਹ ਕਹਿ ਰਹੇ ਸੀ ਗਿਆਨੀ ਲਾਲ ਸਿੰਘ ਨੂੰ ਮੈਂ ਖੁਦ ਚਲਾ ਗਿਆ, ਤੇ ਕਹਿੰਦਾ ਉਹਨਾਂ ਦੇ ਜੀਵਨ ਦੇਖ ਕੇ ਮੈਂ ਅੱਜ ਤੱਕ ਪ੍ਰਭਾਵਿਤ ਹਾਂ। ਉਹਨਾਂ ਨੇ ਕਥਾ ਸੁਣਾਈ, ਮੈਂ ਉਸ ਵਿਸ਼ੇ ਜਾਣਨਾ ਨਹੀਂ ਚਾਹੁੰਦਾ। ਫਿਰ ਇਲੈਕਸ਼ਨ ਹੁੰਦੀ ਹੈ 1981 ਚ, 82 ਆਫਟਰ 3 ਇਅਰਸ। ਪਹਿਲੇ ਇਲੈਕਸ਼ਨ ਹੁੰਦੀ 2 ਸਾਲ ਵਾਸਤੇ, ਦੂਸਰੀ ਹੁੰਦੀ 3 ਸਾਲ ਵਾਸਤੇ। ਜੀ ਉਸ ਵਿੱਚ ਬਣਦੇ ਆ ਸਰਦਾਰ ਸੰਤੋਖ ਸਿੰਘ ਜੀ ਪ੍ਰਧਾਨ, ਜੀ ਤੇ ਸਰਦਾਰ ਸਾਡੇ ਜਥੇਦਾਰ ਨਾਮ ਸਿੰਘ ਜੀ ਸ਼ਹੀਦ, ਉਹ ਬਣਦੇ ਆ ਜਨਰਲ ਸਕੱਤਰ। ਜੀ ਇੱਕ ਬੜੀ ਮਜ਼ੇਦਾਰ ਗੱਲ ਮੈਂ ਸੰਗਤ ਨੂੰ ਅਵੇਅਰ ਕਰਾਉਣਾ ਚਾਹੁੰਦਾ। ਸੰਗਤ ਅਵੇਅਰ ਹੈ, ਲੇਕਿਨ ਸੰਗਤ ਨੂੰ ਯਾਦ ਕਰਾਉਣਾ ਚਾਹੁੰਦਾ। ਟੋਟਲ ਸਮਾਂ ਹੋ ਗਿਆ 47 ਸਾਲ ਦਾ। ਜੀ 47 ਸਾਲ ਵਿੱਚ 20 ਸਾਲ ਰਹੀਆਂ ਇਲੈਕਟਿਡ ਬਾਡੀਜ਼, ਤੇ 27 ਸਾਲ ਰਹੀਆਂ ਨੋਮੀਨੇਟਡ ਬਾਡੀਜ਼। ਜਦੋਂ ਮਨਮੋਹਨ ਸਿੰਘ ਜਦੋਂ ਜਥੇਦਾਰ ਸਾਹਿਬ ਨੇ ਅਸਤੀਫਾ ਦਿੱਤਾ ਨਾ, ਦੈਟ ਰੀਜ਼ਨ ਵਾਜ਼
कि एक तो पहले 84 हो गया, कौम सारी थोड़ी नौजवानों ते बड़ी भीड़ आई, सानू लोगों को जेलों हुई, जद हरनाम सिंह होरां ने श्रीनगर जेल सानू मिलना जाके, कुछ मुंडे साढ़े किश्तवाड़ जेल च भेजते, कुछ साढ़े किश्तवाड़ भद्रवा, इस तरह करके पूरियां स्टेट विच साढ़े हरचरण सिंह बेबी होरी राजस्थान जेल च भेज दिते। तो डिस्ट्रिक्ट कमेटी बेचारे उसने जिन्ना कर सकते सी इन्होंने किया। 84 मुक्की तो नगर कीर्तन तो 99 आ गया। जद हरनाम सिंह ने अपनी मॉरल ड्यूटी समझद्या होया कि उसले कुछ लोगों ने तुमता लाइया कि हरनाम सिंह की वजह होया, ठीक है, जबकि हरनाम सिंह का कोई उस है नहीं सी, वो बेचारा स्टेट ड्यूटी कर रहा सी। जद हरनाम सिंह ने 1999 इस्तीफा दे दिया, कमेटी भंग हो जाती है, नॉमीनेशन होती है 1999। 1999 तो लैके 1998 तक कोई इलैक्शन नहीं हुई, ये 11 साल का समय है जी, ठीक है। उस बाद इलैक्शन होती है, फिर 98 इलैक्शन होती है, 98 एडवोकेट सुंदर सिंह प्रधान बनते हैं, सकत्तर बनते हैं सरदार सुरजीत सिंह गाड़ीगढ़ वाले जी। 5 साल बाद दोबारा इलैक्शन होती है। 2003 च बनते हैं जगजीत सिंह जग्गा, रिटायर्ड DSP स्वर्गवासी, जिन्हें डेथ हो गई। 3 साल बाद फिर कमेटी भंग कर देंगे। जी मैं कैलकुलेशन कर रहा थोड़ी जी 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 नॉमीनेशन दी और इलैक्टेड बॉडी दी। ये तुहानू कोई शंका, तुम सवाल पूछ सकते हो। फिर 2006 तो लैके 2015 तक कोई इलैक्शन नहीं हुई, ये सब नॉमीनेटेड चहेते बैठे रहे आके सरकार दे, ਜਿਹੜੇ दावे करते हैं पंथक होने दे। इन्होंने लोगों ने कौम का वह घाण किया नॉमीनेशन दौरान, ठीक है। उसके बाद इलैक्शन होती है, हूँ 2015 जाके इलैक्शन होती है, अज 5-6 साल हो गए। मैं सवाल पूछना चाहना, ਜਿਹੜੇ नॉमीनेशन की मंग कर रहे हैं, तुम गुरुद्वारे क्यों नहीं DC दे सारे दे दो, उन्होंने संभालन हुई। ये तो होया ना, वो जिले तो वारा खाता तो इलैक्शन करा लो, जिले वारा नहीं खाता तो नॉमीनेशन करा लो। मैं फिर संगत को अवेयर करता, एडमिनिस्ट्रेशन को इन्ना टाइम नहीं कि तुहाडे अफेयर्स विच इंटरफेयर करे, लेकिन सो कॉल्ड पंथक लिस्टां बनाना दे रहे उत्थे। नहीं, फिर खालसा जी गल कीती जावे, इत्थे एक होर सवाल ये हुंदा भी ਅਸੀਂ ਆਪੇ ਕਹਿੰਦੇ ਆ ਕਿ ਸਾਡੇ ਫੈਸਲੇ ਅਸੀਂ ਆਪ ਕਰਨੇ ਆ, ਤੇ ਫਿਰ ਅਸੀਂ ਕਿਸੇ ਨੂੰ ਇਨਵੋਲਵ ਕਰੀਏ ਤਾਂ ਫਿਰ ਬਾਅਦ ਦੇ ਵਿੱਚ ਸਾਨੂੰ ਇਹ ਫੀਲ ਹੁੰਦਾ ਕਿ ਕੋਈ ਸਾਡੇ ਅੰਦਰ ਆ ਕੇ ਸਾਡੇ ਘਰ ਦੇ ਫੈਸਲੇ ਕੋਈ ਕਿਵੇਂ ਕਰੇ। देखो रमन जी, धर्म एक भरोसा है जी, ठीक है, धर्म च तकरार नहीं है। जिसे तकरार आ गया उथे धर्म नहीं आता। जी धर्म के भरोसे नूं तोड़ना जिहड़ा है, ये बहुत मंदभागी गल है। मैं ये गल कहना चाहना कि जे तुसी बाहरों आप सद के लिया रहे हो किसी नूं एडमिनिस्ट्रेशन, जी ठीक है ना, एडमिनिस्ट्रेशन सद के तुसी लिया रहे हो कि तुसी साडी नॉमीनेशन करो, कसूरवार कौन है? ਜਿਹੜੇ ਲਿਆ ਰਹੇ ਆ। ਕੀ ਨੁਕਸਾਨ ਵੇਖਦੇ ਹੋ ਕਿ ਸਾਨੂੰ ਕੀ ਕਿੱਦਾਂ ਪ੍ਰਭਾਵਿਤ ਕਰ ਸਕਦੇ ਨੇ ਇਹ ਜੇਕਰ ਅਸੀਂ ਇਨਵੋਲਵ ਕਰਾਂ? देखो नॉमीनेशन किहड़ा दी हुंदी है, जो सरकार दे कहण ते चलदे ने चहेते सरकार दे, ठीक है। मैनू कल एक WhatsApp आया सी जिहदे विच उन्हां लिखिया है कि जनरल डायर नूं जिन्हां घर बुला के सन्मानित किया, ਉਹਦੇ ਅੱਗੇ फोटो एक पासे जनरल डायर की फोटो आ, दूजे पासे कैप्टन अमरिंदर सिंह की फोटो आ, ठीक है। जनरल डायर ने जिन्हें घर बुला के डिनर कराया, एक पासे जनरल डायर की फोटो आ, एक पासे मजीठिया परिवार की फोटो आ, एक पासे जिन्हें जनरल डायर ने सौंधिया अपने जनरल डायर नूं मारन वाले अपने 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 शहीद साडे जी, उन्हां दे परिवार दे सिर ते टोकरी आ, उन्हां दे परिवार दे सिर ते टोकरी आ। और ये जेड़े सो कॉल लै गया नॉमीनेटेड लोग, उन्हां दे शहीद उधम सिंह, जी
ਊਧਮ ਸਿੰਘ ਦਾ ਪੜਪੋਤਰਾ ਜਿਹੜਾ ਸਿਰ ਤੇ ਟੋਕਰੀ ਰੱਖੀ ਦੀ ਫੋਟੋ ਆ ਮੇਰੇ ਕੋਲ, ਤੁਸੀਂ ਕਹੋ ਤਾਂ ਮੈਂ ਤੁਹਾਨੂੰ ਸੈਂਡ ਕਰ ਦਿਆਂ। ਜੀ। ਇੱਕ ਪਾਸੇ ਮਜੀਠੀਆ ਪਰਿਵਾਰ ਆ, ਇੱਕ ਪਾਸੇ ਕੈਪਟਨ ਅਮਰਿੰਦਰ ਦਾ ਬਾਦਸ਼ਾਹੀ ਪਰਿਵਾਰ ਆ। ਇਹ ਮੈਂ ਗੱਲ ਇਸ ਕਰਕੇ ਸਾਂਝੀ ਕੀਤੀ ਹੈ ਕਿ ਜ਼ਗੀਰਾਂ ਚਹੇਤਿਆਂ ਨੂੰ ਮਿਲੀਆਂ। ਸ਼ਹੀਦ ਭਗਤ ਸਿੰਘ ਜਿਹੜੇ ਸ਼ਹੀਦ ਹੋਇਆ ਨਾ, ਫਾਂਸੀ ਲੱਗੀ, ਇੰਨੀ ਜਾਗਦੀ ਜ਼ਮੀਰ ਵਾਲਾ ਸੀ ਉਹ ਜਿਹੜੀ ਕਿਤਾਬ ਪੜ੍ਹ ਰਿਹਾ ਸੀ ਨਾ, ਉਸ ਕਿਤਾਬ ਦੇ ਪੰਨੇ ਨੂੰ ਫੋਲਡ ਕਰਕੇ ਗਿਆ। ਉਹ ਇਹਦੇ ਪਿੱਛੇ ਬਹੁਤ ਵੱਡਾ ਮੈਨੇ ਸੀ। ਉਹ ਕਿਤਾਬ ਆਪਣੀ ਨੌਜਵਾਨਾਂ ਨੂੰ ਦੇ ਗਿਆ ਕਿ ਵੀਰੋ ਪੜ੍ਹਿਓ। ਉਹਨੂੰ ਪਤਾ ਸੀ ਮੈਂ ਫਾਂਸੀ ਲੱਗਣਾ, ਮੈਂ ਵਾਪਸ ਗਿਆ ਜੀ। ਠੀਕ ਹੈ। ਇਸ ਕਰਕੇ ਮੈਂ ਤੁਹਾਡੇ ਥਰੂ ਕਹਿਣਾ ਚਾਹੁੰਦਾ ਕਿ ਨੋਮੀਨੇਸ਼ਨ ਕਰਾਉਣ ਵਾਲੇ ਕੌਮ ਦੇ ਸਕੇ ਨਹੀਂ ਜੇ। ਸਾਧ ਸੰਗਤ ਜੀ, ਮੈਂ ਮਾਫੀ ਚਾਹੁੰਦਾ, ਤੁਸੀਂ ਇਹਦਾ ਫੈਸਲਾ ਆਪ ਕਰਿਓ। ਜੇ ਤੁਸੀਂ ਕਹਿੰਦੇ ਹੋ ਕਿ ਨੋਮੀਨੇਸ਼ਨ ਕਰਵਾਉਣ ਵਾਲੇ ਕੌਮ ਦੇ ਸਕੇ ਆ, ਤੇ ਮਾਫ ਕਰਨਾ, ਫਿਰ ਤੁਹਾਡਾ ਭਵਿੱਖ ਜਿਹੜਾ ਨਾ ਉਹ ਮੈਨੂੰ ਨਹੀਂ ਲੱਗਦਾ ਇਸ ਪਾਸੇ ਚੰਗਾ ਹੋਏਗਾ। ਗੌਰਮੈਂਟ ਚਾਹੁੰਦੀ ਹੈ ਇਲੈਕਸ਼ਨ ਕਰਾਣੀ, ਇੱਕ ਚੰਦ ਇੱਕ ਬੰਦੇ ਕਹਿੰਦੇ ਆ ਨੋਮੀਨੇਸ਼ਨ। ਤੇ ਫਿਰ ਜੇ ਗੱਲ ਕੀਤੀ ਜਾਵੇ ਖਾਲਸਾ ਜੀ, ਕਿਵੇਂ ਹੁਣ ਇਸ ਚੀਜ਼ ਨੂੰ ਆਪਾਂ ਇੱਕ ਤਾਂ ਕਹਿੰਦੇ ਨਾ ਕਿ ਚਲੋ ਕਿਸੇ ਦੇ ਨਾਲ ਕਿਸੇ ਦੀ ਵੀ ਜਾਤੀ ਦੁਸ਼ਮਣੀ ਨਹੀਂ ਹੈ, ਇਹ ਪੰਥਕ ਵਿਚਾਰਧਾਰਾਵਾਂ ਹੁੰਦੀਆਂ ਨੇ ਜਿਹੜੀਆਂ ਆਪਣੀ ਵੱਖਰੀਆਂ ਵੱਖਰੀਆਂ ਹੋ ਸਕਦੀਆਂ ਨੇ, ਹਨਾ। ਇਸ ਚੀਜ਼ ਦਾ ਤੁਸੀਂ ਹੱਲ ਕਿਵੇਂ ਵੇਖਦੇ ਹੋ? ਹੱਲ ਮੈਂ ਇਹ ਦੇਖਦਾ, ਸੰਗਤ ਨੂੰ ਸੁਚੇਤ ਹੋਣਾ ਪਏਗਾ। ਸੰਗਤ ਨੂੰ ਸੁਚੇਤ ਹੋਣਾ ਪਏਗਾ। ਸਾਨੂੰ ਗੁਰੂ ਸਾਹਿਬ ਨੇ ਸਰਦਾਰੀ ਬਖਸ਼ੀ ਹੈ, ਠੀਕ ਹੈ। ਸਾਨੂੰ ਅੱਖਾਂ ਮੀਚ ਕੇ ਕਿਸੇ ਪਿੱਛੇ ਵੀ ਨਹੀਂ ਚੱਲਣਾ ਚਾਹੀਦਾ। ਉਹਦੇ ਵਿੱਚ ਮੈਂ ਹੋਵਾਂ ਜਾਂ ਧਰਮਿੰਦਰ ਸਿੰਘ ਹੋਣ ਜਾਂ ਮਨਮੋਹਨ ਸਿੰਘ ਖਾਲਸਾ ਹੋਵੇ, ਕੋਈ ਵੀ ਧਾਰਮਿਕ ਲੀਡਰ ਪੰਥਕ ਕੋਈ ਵੀ ਹੋਵੇ, ਅੱਖਾਂ ਮੀਚ ਕੇ ਨਾ ਚਲੋ। ਅਵੇਅਰ ਹੋ ਕੇ, ਅਕਲੀ ਸਾਹਿਬ ਸੇਵੀ ਹੈ, ਅਕਲੀ ਕੀ ਜਾਣਾ। ਸਾਹਿਬ ਨੇ ਅਕਲ ਨੂੰ ਬੜਾ ਵੱਡਾ ਮਹਾਨ ਦੱਸਿਆ। ਹਾਂ, ਲੇਕਿਨ ਕੌਮ ਦੀ ਦੁਬਿਧਾ ਨੂੰ ਖਤਮ ਅਗਰ ਕਰਨਾ, ਇਸ ਲੜਾਈ ਇਸ ਚੋਂ ਬਾਹਰ ਨਿਕਲਣਾ, ਤੇ ਫਿਰ ਇਲੈਕਸ਼ਨ ਟਾਈਮ ਸਿਰ ਹੋਣੇ ਚਾਹੀਦੀਆਂ। ਗਵਰਨਮੈਂਟ ਕਰਾਉਣਾ ਚਾਹੁੰਦੀ ਆ, ਇਹ ਲਿਸਟਾਂ ਦੇਣ ਵਾਲੇ ਜਿਹੜੇ ਇਲੈਕਸ਼ਨ ਨਹੀਂ ਹੁੰਦੇ। ਤੁਹਾਨੂੰ ਕੀ ਲੱਗਦਾ, ਜਿਵੇਂ ਅਖਬਾਰ ਦੇ ਵਿੱਚ ਵਾਰ-ਵਾਰ ਇਹ ਦੱਸਿਆ ਜਾ ਰਿਹਾ ਕਿ ਨੋਮੀਨੇਸ਼ਨ ਹੋਵੇਗੀ ਜਾਂ ਹੋਣੀ ਚਾਹੀਦੀ ਆ, ਕੀ ਇਹਦੇ ਦੇ ਨਾਲ ਕੋਈ ਪ੍ਰਭਾਵ ਪਵੇਗਾ? ਨਹੀਂ, ਦੇਖੋ ਕੀ ਹੁੰਦਾ ਕਿ ਜੋ ਮੈਂ ਸਮਝਦਾ, ਮੈਂ ਗਲਤ ਵੀ ਹੋ ਸਕਦਾ ਇਹਨਾਂ ਦਾ ਜਿਹੜਾ ਉੱਥੇ ਅੰਦਰ ਬੈਠਾ ਹੋਇਆ ਉਹ ਕਹਿੰਦਾ ਤੁਸੀਂ ਪੇਪਰਾਂ 'ਚ 2-4 ਵਾਰੀ ਕਢਵਾਓ। ਕੀ ਹੁੰਦਾ ਨਾ, ਹੁਣ ਸੰਗਤ ਦੀ ਗੱਲ ਥੋੜੀ ਉੱਥੇ ਜਾਣੀ, ਉੱਥੇ ਪੇਪਰ ਦੀ ਕਟਿੰਗ ਜਾਂਦੀ ਹੈ ਨਾ, ਥੱਲੇ 10 ਨਾਂ ਲਿਖਤੇ ਕਿ ਨਾਮੀਨੇਸ਼ਨ ਕਰਾਓ ਜੀ, ਨਾਮੀਨੇਸ਼ਨ ਕਰਾਓ ਜੀ, ਨਾਮੀਨੇਸ਼ਨ ਕਰਾਓ। ਉਹਨਾਂ ਦੀ ਇੱਕ ਨਾਕਾਮਯਾਬ ਕੋਸ਼ਿਸ਼ ਹੈ। ਔਰ ਅਗਰ ਕਿਤੇ ਨਾਮੀਨੇਸ਼ਨ ਹੋਈ, ਮੈਂ ਇੱਥੇ ਕੋਈ ਅੱਜ ਤੁਹਾਡੇ ਇੱਥੇ ਕੋਈ ਕਹਿਣਾ ਨਹੀਂ, ਐਲਾਨ ਨਹੀਂ ਕਰਨਾ ਚਾਹੁੰਦਾ, ਲੇਕਿਨ ਇਹਦਾ ਰਿਜ਼ਲਟ ਬਹੁਤ ਮਾੜਾ ਨਿਕਲੇਗਾ। ਔਰ ਮੈਂ ਤਾਂ ਇਸ ਦੇ ਵਾਸਤੇ ਸਾਨੂੰ ਅਗਰ ਲੜਨਾ ਪਿਆ, ਮਰਨਾ ਪਿਆ, ਕੁਝ ਵੀ ਕਰਨਾ ਪਿਆ, ਅਸੀਂ ਇਸ ਪਿਰਤ ਨੂੰ ਖਤਮ ਕਰਨਾ। ਅਸੀਂ ਸਰਕਾਰ ਨੂੰ ਅਗਰ ਕਹਿੰਦੇ ਹਾਂ ਕਿ ਸਰਕਾਰ ਜੀ, ਅਸੀਂ ਤੁਹਾਡੇ ਬਣਾਏ ਹੋਏ ਐਕਟ ਦੇ ਮੁਤਾਬਕ ਇਲੈਕਸ਼ਨ ਚਾਹੁੰਦੇ ਹਾਂ, ਇਹ 'ਚ ਮੈਨੂੰ ਕੀ ਦੱਸੋ, ਅਸੈਂਬਲੀ ਭੰਗ ਹੋਈ ਨਾ ਸਾਡੀ, ਸਟੇਟ ਦੀ ਅਸੈਂਬਲੀ ਭੰਗ ਹੋ ਗਈ, ਫਿਰ ਨੋਮੀਨੇਸ਼ਨ ਕਿਉਂ ਨਹੀਂ ਕਰਦੇ? ਐਮਐਲਏ ਨੋਮੀਨੇਟ ਕਰਨਾ ਮੇਰਾ ਇੱਕ ਲੌਜਿਕ ਹੈ। ਮੇਰਾ ਸਵਾਲ ਹੈ, ਉਹਦੇ ਵਾਸਤੇ ਲਿਸਟਾਂ ਕਿਉਂ ਨਹੀਂ ਦਿੰਦੇ ਜੀ? ਅੱਜ ਇਹ ਫਲਾਣਾ ਬੰਦਾ, ਇਹਦਾ ਟਰਮ ਖਤਮ ਹੋ ਗਿਆ, ਜਗ੍ਹਾ ਫਲਾਣਾ ਬੰਦਾ ਨਾਮਿਨੇਟ ਕਰ ਦਿਓ। ਕਿਉਂਕਿ ਇਹ ਨਾ ਉਹ ਸ਼ਾਇਦ ਇਹ ਸੋਚ ਕੇ ਚੱਲਦੇ ਨੇ, ਕਿਉਂਕਿ ਦੇਖੋ ਸਾਰਿਆਂ ਦੀ ਆਪਦੀ ਸੋਚ ਆ ਵੀ ਜਿਹੜੀਆਂ ਪੰਥਕ ਗੱਲਾਂ ਨੇ, ਪੰਥਕ ਉਹਦੇ ਵਿੱਚ ਦੁਨਿਆਵੀ ਤੌਰ ਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਚੋਣਾਂ, ਉੱਥੇ ਜਿਹੜਾ ਐਲੀਜੀਬਲ ਤੁਹਾਨੂੰ ਲੱਗਦਾ ਵੀ ਯੋਗਤਾ ਰੱਖਦਾ ਉਹਨੂੰ ਲਿਆਂਦਾ ਜਾਵੇਗਾ। ਨਹੀਂ ਰਮਨ ਜੀ, ਦੇਖੋ ਇਲੈਕਸ਼ਨ ਸਿਲੈਕਸ਼ਨ ਇਜ਼ ਨਾਟ ਪੋਸੀਬਲ। ਮੈਂ ਦੇਖਾ ਕਿਉਂ ਨਹੀਂ ਪੋਸੀਬਲ। ਸਿਲੈਕਸ਼ਨ ਇਸ ਕਰਕੇ ਪੋਸੀਬਲ ਨਹੀਂ ਹੈ ਕਿ ਜਾਂ ਤੇ ਪਹਿਲੇ ਕ੍ਰਾਈਟੇਰੀਆ ਬਣਾਇਆ ਜਾਏ, ਠੀਕ ਹੈ। ਧੜੇਬਾਜ਼ੀ ਤੇ ਹੈਗੀ ਹੈ, ਉਹ ਨਹੀਂ ਮੁੱਕ ਸਕਦੀ ਜੀ, ਠੀਕ ਹੈ। ਧੜੇਬਾਜ਼ੀ ਮੁੱਕ ਨਹੀਂ ਸਕਦੀ। ਅੱਜ ਤੋਂ ਨਹੀਂ, ਬੰਦਾ ਸਿੰਘ ਬਹਾਦਰ ਨਾਲ ਕਿੰਨੀ ਫੌਜ ਆਈ ਸੀ ਨਾ, ਤੇ ਜ਼ਿਆਦਾ ਲੁਟੇਰੇ ਸਨ। ਤੇ ਜਿਹੜੇ ਮਲੇਰਕੋਟੇ ਨਾਲ ਟਾਕਰਾ ਹੋਇਆ ਨਾ, ਸਿੰਘਾਂ ਦਾ ਨੁਕਸਾਨ ਹੋਇਆ, ਤੇ ਜਦਰ ਆਪਣਾ ਬੰਦਾ ਸਿੰਘ ਬਹਾਦਰ ਰਿਜ਼ਰਵ ਆਪਣੀ ਸੈਨਾ ਲੈ ਕੇ ਪਿੱਛੇ ਬੈਠਾ ਸੀ, ਆਪਣੇ ਸਿੰਘ ਲੈ ਕੇ ਪਿੱਛੇ ਬੈਠਾ ਸੀ, ਤੇ ਪਈ ਭਾਜੇ ਸਭ ਤੋਂ ਪਹਿਲੇ ਚੋਰ ਨਸੇ, ਕੁਝ ਪੇੜ ਸਪਾਈ ਸਨ, ਠੀਕ ਹੈ। ਜਿਲੇ ਸਰਹੱਦ ਫਤਿਹ ਹੋਈ, ਉਹ ਲੁਟੇਰੇ ਫੇਰ ਆ ਗਏ। ਇਹ ਲੁਟੇਰੇ ਸਾਡੇ ਨਾਲ ਬੜੀ ਦੂਰੋਂ ਚਲੇ ਆ ਰਹੇ ਨੇ,
ਔਰ ਇਹ ਇਲੈਕਸ਼ਨ ਲੜਨ ਦੇ ਕਾਬਿਲ ਨਹੀਂ, ਇਹ ਸਿਰਫ ਐਂਟਰੀ ਚਾਹੁੰਦੇ ਆ। ਉਹ ਵਾਲੀ ਇਲੈਕਸ਼ਨ ਸੰਗਤ ਦੀ ਚੋਣ ਕਰਦੀ ਹੈ ਨਾ, ਸੰਗਤ ਤੋਂ ਬਾਅਦ ਸੰਗਤ ਨੂੰ ਗੁਰੂ ਸਾਹਿਬ ਨੇ ਬਹੁਤ ਮਾਨਤਾ ਦਿੱਤੀ ਹੈ, ਉਸ ਸੰਗਤ ਦੇ ਉੱਪਰ ਕੋਈ ਵੀ ਨਹੀਂ ਹੈਗਾ। ਇਸ ਕਰਕੇ ਇਹ ਮੈਂ ਤੁਹਾਡੇ ਮਾਧਿਅਮ ਨਾਲ ਤੁਸੀਂ ਸਾਡੇ ਕੋਲ ਆਏ ਹੋ, ਤੁਹਾਡਾ ਮੈਂ ਧੰਨਵਾਦ ਵੀ ਕਰਦਾ। ਔਰ ਇੱਕ ਗੱਲ ਕਹਿਣਾ ਕਿ ਇਹ ਤੁਸੀਂ, ਮੈਂ ਇੱਕ ਗੱਲ ਤੁਹਾਨੂੰ ਹੋਰ ਕਹਿਣਾ, ਅਗਰ ਕੋਈ ਮੇਰੇ ਨਾਲ ਲਾਈਵ ਬੈਠ ਕੇ ਸਿਟਿੰਗ ਮੈਂਬਰ ਜਾਂ ਐਕਸ ਮੈਂਬਰ ਇਸ ਇਸ਼ੂ 'ਤੇ ਡਿਸਕਸ ਕਰਨਾ ਚਾਹੁੰਦਾ, ਮੈਂ ਤਿਆਰ ਹਾਂ। ਜੀ, ਕਿਉਂਕਿ ਪੰਥਕ ਮੁੱਦਾ ਇੱਕ ਨੋਮੀਨੇਸ਼ਨ 'ਚ ਵੀ ਜੇ ਨੋਮੀਨੇਟਰ ਇਹ ਨਾ ਜਿਹੜੇ ਬਹੁਤੀਆਂ ਗੱਲਾਂ ਕਰਦੇ ਨਾ, ਉਹਨਾਂ 'ਚ ਕੋਈ ਬਹਿਣਾ ਚਾਹੁੰਦਾ, ਮੈਂ ਨੂੰ ਤਿਆਰ ਹਾਂ। ਸਰਦਾਰ ਅਤਰ ਸਿੰਘ ਨੇ ਮੇਰਾ ਨਾਂ ਲਿਆ ਸੀ ਇੱਕ ਵਾਰੀ ਕਿ ਇਹਨਾਂ ਤੇ ਇਲਜ਼ਾਮ ਲੱਗੇ ਸਨ, ਠੀਕ ਹੈ। ਸਰਦਾਰ ਅਤਰ ਸਿੰਘ ਜੀ, ਮੈਂ ਤੁਹਾਨੂੰ 10 ਵਾਰ ਸੁਨੇਹਾ ਭੇਜਿਆ, ਆਓ ਮੇਰੇ ਨਾਲ ਟੇਬਲ ਤੇ ਬੈਠੋ, ਮੈਂ ਡਿਸਕਸ ਕਰਦਾ ਸਾਡੇ ਤੇ ਕਿਹੜਾ ਇਲਜ਼ਾਮ ਲੱਗਾ ਸੀ, ਕਿਉਂ ਨਹੀਂ ਆਉਂਦੇ। ਇਸ ਕਰਕੇ ਮੈਂ ਜੇ ਧਰਮ ਦੀ ਗੱਲ ਤੇ ਕਰਾਂ, ਬਾਕੀ ਮੇਰਾ ਨਿੱਜੀ ਜੀਵਨ ਅਲੱਗ ਹੈ, ਧਰਮ ਦੇ ਇਸ਼ੂ ਤੇ ਇਸ ਇਲੈਕਸ਼ਨ ਬਾਰੇ, ਡਿਸਟ੍ਰਿਕਟ ਕਮੇਟੀ ਦੇ ਇਸ਼ੂ ਬਾਰੇ ਜਿੰਨੇ ਬੈਠਣਾ ਅਗਰ ਲਾਈਵ ਬੈਠ ਕੇ ਡਿਸਕਸ ਕਰੋ। ਮੈਂ ਕਿਸੇ ਤੇ ਕੋਈ ਇਲਜ਼ਾਮ ਤਰਾਸ਼ੀ ਨਹੀਂ ਲਾਉਂਦਾ, ਲੇਕਿਨ ਇੱਕ ਗੱਲ ਜ਼ਰੂਰ ਕਹਿਣਾ ਕਿ ਅਗਰ ਤੁਸੀਂ ਕੌਮ ਦੀ ਸੇਵਾ ਕਰਨਾ ਚਾਹੁੰਦੇ ਹੋ, ਬੈਸਟ ਵੇ ਇਜ਼ ਦ ਇਲੈਕਸ਼ਨ। ਗਵਰਨਮੈਂਟ ਨੂੰ ਕਰੋ। ਜੇ यूपी 'ਚ ਇਲੈਕਸ਼ਨ ਹੋ ਰਹੀ ਹੈ, ਪੰਜਾਬ 'ਚ ਇਲੈਕਸ਼ਨ ਹੋ ਰਹੀ ਹੈ, ਉੱਤਰਾਖੰਡ 'ਚ ਇਲੈਕਸ਼ਨ ਹੋ ਰਹੀ ਹੈ, 4 ਸਟੇਟਾਂ 5 ਸਟੇਟਾਂ ਇਲੈਕਸ਼ਨ ਹੋ ਰਹੀ ਹੈ ਨਾ, ਸਭ ਤੋਂ ਵੱਡੀ ਸਟੇਟ ਹੈ यूपी, ਉੱਥੇ ਇਲੈਕਸ਼ਨ ਹੋ ਸਕਦੀ ਹੈ। ਇਹ ਇੱਥੇ ਕੀ ਪ੍ਰੋਬਲਮ ਇਲੈਕਸ਼ਨ ਕਰਾਉਣ 'ਚ? ਸਰਕਾਰ ਨੂੰ ਕੋਈ ਪ੍ਰੋਬਲਮ? ਸਾਡੀਆਂ ਵੋਟਰਸ ਤਿਆਰ ਹੈਗੀਆਂ, ਸਭ ਕੁਝ ਰੈਡੀ ਪਿਆ, 10 ਦਿਨ 15 ਦਿਨ ਨੋਟਿਸ ਕਰਨ ਨੂੰ ਇਲੈਕਸ਼ਨ ਕਰਾ ਦੇ। ਅਸੀਂ ਜਿੱਤੀ ਹਾਰੀਏ, ਅਸੀਂ ਲੜੀਏ ਨਾ ਲੜੀਏ, ਬਾਅਦ ਦੀ ਗੱਲ ਹੈ। ਸਾਡਾ ਇਸ਼ੂ ਨਹੀਂ ਹੈ ਕਿ ਅਸੀਂ ਲੜਨੀ ਹੈ ਕਿ ਨਹੀਂ ਲੜਨੀ, ਉਹ ਬਾਅਦ ਦੀ ਗੱਲ ਹੈ। ਜਿਹੜਾ ਵੀ ਲੜ ਕੇ ਆਏ ਸਿਰ ਮੱਥੇ। ਔਰ ਮੈਂ ਇੱਕ ਬੇਨਤੀ ਕਰਦਾ ਧਾਰਮਿਕ ਆਗੂਆਂ ਅੱਗੇ ਕਿ ਉਹਨਾਂ ਨੂੰ ਚਾਹੀਦਾ ਹੈ ਕਿ ਇਲੈਕਸ਼ਨ ਤੋਂ ਬਾਅਦ 2 ਲੜਕਿਆਂ ਜਿਹੜਾ ਜਿੱਤ ਗਿਆ, ਠੀਕ ਹੈ ਨਾ, ਇਹਦੇ ਕੀ ਮਾੜਾ ਜੀ। ਕਿਉਂਕਿ ਕਿਸੇ ਵੀ ਗੱਲ ਦਾ ਜੇਕਰ ਹੱਲ ਕੱਢਣਾ ਹੋਵੇ ਤਾਂ ਆਪਸ 'ਚ ਗੱਲ ਕਰਕੇ ਹੀ ਨਿਕਲਦਾ। ਤਾਂ ਹੁਣ ਸਾਡੇ ਨਾਲ ਆਪਾਂ ਥੋੜੇ ਜਿਹੇ ਵਿਚਾਰ ਉਹਨਾਂ ਦੇ ਵੀ ਸੁਣਾਂਗੇ। ਜਥੇਦਾਰ ਮੋਹਿੰਦਰ ਸਿੰਘ ਜੀ ਵੀ ਨੇ ਸਾਡੇ ਨਾਲ, ਜਿਹੜੇ ਕਿ ਬਹੁਤ ਲੰਮੇ ਸਮੇਂ ਤੋਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਹਿੱਸਾ ਬਣੇ ਹੋਏ ਨੇ। ਔਰ ਇਹਨਾਂ ਕੋਲੋਂ ਮੈਂ ਜਾਣਨਾ ਚਾਹਾਂਗੀ ਕਿ ਦੇਖੋ, ਭਾਵੇਂ ਕਿ ਹੁਣ ਨੌਜਵਾਨ ਪੀੜ੍ਹੀ ਆ ਗਈ ਆ, ਭਾਵੇਂ ਕਿ ਸਾਡੀ ਅਗਲੀ ਪੀੜ੍ਹੀ ਚੱਲ ਪਈ ਆ, ਪਰ ਬਜ਼ੁਰਗਾਂ ਨੂੰ ਪਿਛੋਕੜ ਦਾ ਪਤਾ ਔਰ ਕਿੰਨਾ ਜ਼ਰੂਰੀ ਹੈ ਕਿ ਤੁਹਾਡਾ ਤਜਰਬਾ ਲੈ ਕੇ ਤੁਰਨਾ। ਕਿ ਕਿਸੇ ਨੇ ਪੁੱਛਿਆ ਜਾਂ ਜ਼ਰੂਰੀ ਨਹੀਂ ਬਣਦਾ ਕਿ ਜਿਹੜੇ ਸਾਡੇ ਤਜਰਬੇਕਾਰ ਬਜ਼ੁਰਗ ਨੇ ਉਹਨਾਂ ਨੂੰ ਪੁੱਛੀਏ ਵੀ ਤੁਹਾਨੂੰ ਕੀ ਲੱਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਇੱਕ ਬਾਣੀ ਚੈਨਲ ਨੂੰ ਅੱਜ ਦੇ ਇਸ ਪ੍ਰੋਗਰਾਮ ਦੀ ਮੁਬਾਰਕਬਾਦ ਦਿੰਦਾ ਹਾਂ। ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਜਿਹੜੇ ਵਿਚਾਰ ਹਨ, ਜੋ ਸਿੱਖੀ ਦੇ ਵਿਚਾਰ ਅਸੀਂ ਰੱਖਣਾ ਚਾਹੁੰਦੇ ਹਾਂ, ਉਹ ਸਾਡੇ ਵਿਚਾਰ ਇਹ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣਗੇ। ਸਭ ਤੋਂ ਪਹਿਲਾਂ ਸਾਡੇ ਸਰਦਾਰ ਅਵਤਾਰ ਸਿੰਘ ਖਾਲਸਾ ਜਨਰਲ ਸਕੱਤਰ ਸਾਹਿਬ ਨੇ ਰੋਸ਼ਨੀ ਪਾਈ ਹੈ ਔਰ ਕੋਈ ਐਸਾ ਮਸਲਾ ਨਹੀਂ ਛੱਡਿਆ ਜਿਹੜਾ ਕਿ ਅਸੀਂ ਕਰੀਏ। ਲੇਕਿਨ ਮੈਂ ਇੱਕ ਸੀਨੀਅਰ ਮੋਸਟ ਹੋਣ ਦੇ ਨਾਤੇ ਇਹ ਗੱਲ ਕਹਾਂਗਾ ਕਿ 1975 ਤੋਂ ਪਹਿਲੀ ਇਲੈਕਸ਼ਨ ਹੋਈ ਹੈ, ਜਿਸ ਡਾਕਟਰ ਮੋਦੀ ਹੁਣ ਸਾਹਿਬ ਪ੍ਰਧਾਨ ਬਣੇ ਸਨ। ਉਹਨਾਂ ਦੀ ਇਲੈਕਸ਼ਨ ਵਿੱਚ ਦਾਸ ਨੇ ਸਾਰਾ ਕੰਮ ਕੀਤਾ ਹੈ ਔਰ ਦਾਸ ਉਹਦੇ ਨਾਲ ਚੱਲਿਆ ਹੈ। ਉਸ ਪਰਿਵਾਰ ਦਾ ਸਾਡੇ ਬੜੇ ਸੇ ਸਬੰਧ ਸਨ। ਤੋ ਉਹਦੇ ਨਾਲ ਜੋ ਜਨਰਲ ਸਕੱਤਰ ਸਨ ਉਹ ਸਨ ਸਰਦਾਰ ਸੁਚੇਤ ਸਿੰਘ ਜੀ, ਸੰਤੋਖ ਸਿੰਘ ਮੈਂਬਰ ਸਨ। ਲੇਕਿਨ ਉਹਨੇ ਅੱਛੇ ਕੰਮ ਕੀਤੇ ਨੇ, ਅਸੀਂ ਨਾਲ ਚੱਲਦੇ ਰਹੇ ਹਾਂ। ਉਸ ਤੋਂ ਬਾਅਦ ਇਲੈਕਸ਼ਨ ਹੋਈ, ਗਿਆਨੀ ਲਾਲ ਸਿੰਘ ਜੀ ਆਏ, ਜਿਹੜੇ ਸਾਡੇ ਨਾਲ ਗਿਆਨੀ ਲਾਲ ਸਿੰਘ ਬੜੇ ਅੱਛੇ ਸਬੰਧ ਸਨ। ਲੇਕਿਨ ਅਸੀਂ ਉਹਨਾਂ ਦੀ ਇਸ ਕਾਰਨ ਮੁਖਾਤ ਕੀਤੀ ਭਾਈ ਕਿ ਉਹ ਉਸ ਵਕਤ ਸਾਡਾ ਇਲਾਕਾ ਜਿਹੜਾ ਸੀ ਉਹ ਪੈਂਦਾ ਸੀ ਉਹਨਾਂ ਦਾ ਜੰਮੂ ਵੈਸਟ, ਇਹ ਹੈ ਆਪਣਾ ਜੰਮੂ ਈਸਟ ਵਿੱਚ, ਉਸ ਵਾਜਾ ਵੈਸਟ ਹੀ ਮੈਂ ਕਿਹਾ ਵੈਸਟ ਹੋਣਾ ਚਾਹੀਦਾ ਹੈ। ਲੇਕਿਨ ਉਸ ਵਕਤ ਸਾਡੇ ਸਰਦਾਰ ਨਾਮ ਸਿੰਘ ਜੀ ਵਿਡਾ ਕਰ ਗਏ, ਕਿਉਂਕਿ ਉਹਦੀ ਰਿਸ਼ਤੇਦਾਰੀ ਸੀ, ਉਹ ਬਣੇ। ਉਸ ਤੋਂ ਬਾਅਦ ਇਲੈਕਸ਼ਨ ਹੋਈ ਹੈ ਜਿਹਦੇ ਵਿੱਚ ਸਰਦਾਰ ਹਰਨਾਮ ਸਿੰਘ ਜੀ ਜਨਰਲ ਸਕੱਤਰ ਬਣੇ ਔਰ ਉਹਦੇ ਨਾਲ ਉਹਨਾਂ ਦੇ ਪ੍ਰਧਾਨ ਸਨ ਸਰਦਾਰ ਸੰਤੋਖ ਸਿੰਘ ਜੀ। ਉਸ ਇਲੈਕਸ਼ਨ ਵਿੱਚ ਦਾਸ ਇੱਕ ਅਹਿਮ ਰੋਲ ਅਦਾ ਕਰਦਾ ਸੀ। ਜੇ ਸਾਡੀ ਪਾਰਟੀ ਸੀ ਪੰਥਕ ਪਾਰਟੀ,
ਜਿਹੜੀ ਪਾਰਟੀ ਡਾਕਟਰ ਭਜਨ ਸਿੰਘ ਜੀ ਨੇ ਬਣਾਈ ਸੀ। ਮੈਂ ਪੰਥਕ ਪਾਰਟੀ ਦਾ ਕੈਸ਼ੀਅਰ ਸਾਂ। ਸਾਡੇ ਗੁਰਬਖਸ਼ ਸਿੰਘ ਕਾਲਾ ਸੀ, ਇਸ ਤਰ੍ਹਾਂ ਸਰਦਾਰ ਦਿਆ ਸਿੰਘ ਜੀ ਵੇਅਰ ਹਾਊਸ ਵਾਲੇ ਸਨ। ਬਹੁਤ ਸਾਰੇ ਆਦਮੀ ਸਨ ਸਾਡੀ ਪਾਰਟੀ ਦੇ। ਪੰਥਕ ਪਾਰਟੀ ਦੇ ਅਸੀਂ ਇਲੈਕਸ਼ਨ ਲੜੀ, ਉਹਦੇ ਸਰਦਾਰ ਸੰਤੋਖ ਸਿੰਘ ਪ੍ਰਧਾਨ ਬਣੇ, ਹਰਨਾਥ ਸਿੰਘ ਜਨਰਲ ਸਕੱਤਰ ਬਣੇ। तो उस तो बाद 84 हो गई। 84 तो बाद फिर 99 ਦੇ ਦੰਗੇ ਹੋ ਗਏ। ਉਹਨਾਂ ਵਿੱਚ ਸਾਡੇ 13 ਮਤਲਬ ਹੈ ਸਿੱਖ ਭਾਈਚਾਰੇ ਦੇ ਲੋਕੀ ਸ਼ਹੀਦ ਹੋ ਗਏ ਸਨ। ਉਸ ਕਰਕੇ ਫਿਰ ਹਰਨਾਮ ਸਿੰਘ ਨੇ ਆਪਣਾ ਜੋ ਅਸਤੀਫਾ ਦੇ ਦਿੱਤਾ। ਉਹਨੇ ਕਿਹਾ ਕਿ ਮੇਰੀ ਇਸ ਜਨਰਲ ਸੈਕਟਰੀ ਦੀ ਮੌਜੂਦਗੀ ਵਿੱਚ ਇਹ ਕਤਲ ਹੋਏ ਨੇ, ਇਹ ਸਾਡੇ ਸ਼ਹੀਦ ਹੋਏ ਨੇ, ਮੈਂ ਅਸਤੀਫਾ ਦੇ ਦਿੰਦਾ। ਉਸ ਤੋਂ ਬਾਅਦ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੈ ਕਿ ਸਰਦਾਰ ਨਾਨਕ ਸਾਹਿਬ ਬਣ ਗਏ, ਉੱਥੇ ਐਡਮਿਨਿਸਟ੍ਰੇਟਰ ਬਣੇ। ਉਹ 10-11 ਸਾਲ ਰਹੇ। ਉਸ ਤੋਂ 98 ਇਲੈਕਸ਼ਨਾਂ ਹੋਈਆਂ, ਉਹਦੇ ਦਾਸ ਹੀ ਇੱਕ ਮੈਂਬਰ ਬਣਿਆ। ਸਰਦਾਰ ਸੁਰਿੰਦਰ ਸਿੰਘ ਜੀ ਪ੍ਰਧਾਨ ਬਣੇ, ਸਰਦਾਰ ਸੁਰਜੀਤ ਸਿੰਘ ਜਨਰਲ ਸੈਕਟਰ ਸਨ। ਔਰ ਇਸ ਤਰ੍ਹਾਂ ਕਾਫੀ ਆਦਮੀ ਸਾਡੇ ਉਹ ਟੀਮ ਚੱਲੀ। ਤਾਂ ਉਸ ਇਲੈਕਸ਼ਨਾਂ ਹੁੰਦੀਆਂ ਰਹੀਆਂ। ਸਾਰੀਆਂ ਇਲੈਕਸ਼ਨਾਂ 'ਚ ਅਸਾਂ ਪਾਰਟ ਪਲੇ ਕੀਤਾ ਹੈ। ਲੇਕਿਨ ਇਹ ਹੈ ਕਿ ਇੱਕ ਚੀਜ਼ ਜਿਹੜੀ ਸਾਨੂੰ ਇਹ ਦੱਸ ਰਿਹਾ ਖਦਸ਼ਾ ਹੈ ਕਿ ਜੋ ਇਹ ਨਾਮੀਨੇਸ਼ਨ ਕਰਨਾ ਚਾਹੁੰਦੇ ਹਨ, ਇਹਦੇ ਜੋ ਆਦਮੀ ਆਉਣਗੇ ਉਹ ਕੋਈ ਧਾਰਮਿਕ ਨਹੀਂ ਹੋਣਗੇ। ਔਰ ਅੱਜ ਵੀ ਕਈ ਐਸੇ ਗੁਰਦੁਆਰੇ ਨੇ ਕਮੇਟੀਆਂ ਬਣਾਈਆਂ ਜਿਹੜੇ ਦਾੜੀ ਕੱਟਦੇ ਹਨ, ਕੋਈ ਪਾਠ ਪੂਜਾ ਨਹੀਂ ਕਰਦੇ। ਕਿਸੇ ਪੰਜ ਬਾਣੀਆਂ ਪਤਾ ਨਹੀਂ 5 ਬਾਣੀਆਂ ਕਿਹੜੀਆਂ, ਇਹੋ ਜਿਹੇ ਆਦਮੀ ਨੇ ਲਿਆਣੇ ਉੱਥੇ ਅੱਗੇ ਜਿਨ੍ਹਾਂ ਨੇ ਇਹ ਕੰਮ ਕਰਨਾ ਹੈ। ਬਾਕੀ ਅਸੀਂ ਤੇ ਗੁਰਦੁਆਰਾ ਕਲਗੀਧਰ ਸਾਹਿਬ ਮੈਂ 12 ਸਾਲ ਪ੍ਰਧਾਨ ਰਿਹਾ ਉੱਥੇ। ਔਰ ਜੋ 6 ਸਾਲ ਮੇਰਾ 3 ਟਾਈਮ ਮੇਰਾ ਬਰਦਰ ਰਿਹਾ। ਔਰ ਜਿਹੜਾ ਗੁਰਦੁਆਰਾ ਬਣਿਆ ਸਾਡੇ ਤਾਇਆ ਜੀ ਸਨ ਜਥੇਦਾਰ ਹਰਦੀਪ ਸਿੰਘ ਜੀ, ਉਹਨਾਂ ਦੀ ਮੌਜੂਦਗੀ ਵਿੱਚ ਇਹ 5 ਆਦਮੀ ਕਮੇਟੀ ਬਣੀ ਸੀ, ਜਿਹਦੇ ਕਿਰਪਾਲ ਸਿੰਘ ਭੰਡਾਰੀ ਸੀ, ਗਿਆਨਜੋਤ ਸਿੰਘ ਸੀ ਜੀ, ਸਰਦਾਰ ਨਾਮ ਸਿੰਘ ਸ਼ਹੀਦ, ਔਰ ਇਸ ਵਿੱਚ ਸਰਦਾਰ ਰੂਪ ਸਿੰਘ ਜੀ ਸਾਬਰ ਸਾਹਿਬ ਭਾਈ ਸਰ। ਇਹ 5 ਆਦਮੀ ਨੇ ਇੱਕ ਉਪਰਾਲਾ ਕੀਤਾ ਸੀ। ਉਹ ਗੁਰਦੁਆਰਾ ਤਿਆਰ ਹੋ ਗਿਆ। ਔਰ ਗੁਰਦੁਆਰੇ ਦੀ ਜੋ ਅੱਜ ਪੋਜੀਸ਼ਨ ਹੈ ਉਹ ਬਹੁਤ ਅੱਛੀ ਹੈ। ਲੇਕਿਨ ਉੱਥੇ ਵੀ ਕੁਝ ਲੋਕੀ ਜਿਹੜੇ ਐਸੇ ਹਨ ਜਿਹੜੇ ਕਿ ਮਤਲਬ ਹੈ ਕਿ ਇਲੈਕਸ਼ਨ ਨਹੀਂ ਚਾਹੁੰਦੇ, ਸਿਲੈਕਸ਼ਨ ਚਾਹੁੰਦੇ ਹਨ, ਉਹ ਇੰਟਰਵਿਊ ਕਰ ਰਹੇ ਹਨ ਔਰ ਕਰਦੇ ਹਨ। ਤੋ ਇਸ ਵਾਸਤੇ ਅਸੀਂ ਜੋ ਹਾਲਾਤ ਹਨ ਉਹਨਾਂ ਲੋਕਾਂ ਨੂੰ ਇਹ ਤੁਹਾਡੇ ਰਾਹੀਂ ਦੱਸਣਾ ਚਾਹੁੰਦੇ ਹਨ ਕਿ ਇਸ ਚੀਜ਼ ਨੂੰ ਤੁਸੀਂ ਨਹੀਂ ਮੰਨਣਾ ਕਿ ਸਿਲੈਕਸ਼ਨ ਹੋਵੇ, ਬਕਾਇਦਾ ਇਲੈਕਸ਼ਨ ਹੋਵੇ। ਗੌਰਮੈਂਟ ਨੇ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕੀਤੀਆਂ ਸਨ। ਉਹਨਾਂ ਵੋਟਾਂ ਵੀ ਬਣਾ ਲਈਆਂ ਸਨ, ਲਿਸਟਾਂ ਬਣਾ ਦਿੱਤੀਆਂ, ਲਿਸਟਾਂ ਦਿੱਤੀਆਂ, ਸਾਡੇ ਕੋਲ ਲਿਸਟਾਂ ਪਈਆਂ ਦੀਆਂ ਇਸ ਸਾਲ ਜਿਹੜੀ ਇਲੈਕਸ਼ਨ ਹੋਣੀ ਸੀ। ਲੇਕਿਨ ਉਹਨਾਂ ਨੇ ਪਾਣਾ ਪੜਾਇਆ ਵੀ ਇਹ ਕਰੋਨਾ ਹੋ ਗਿਆ। ਲੇਕਿਨ ਪੰਜਾਬ ਵਿੱਚ ਜਿੱਥੇ ਇੰਨਾ ਕਰੋਨਾ ਹੈ ਉੱਥੇ ਇਲੈਕਸ਼ਨ ਹੋ ਰਹੀਆਂ, ਇੱਥੇ ਕਿਉਂ ਨਹੀਂ ਇਲੈਕਸ਼ਨ ਹੋ ਸਕਦੀਆਂ? ਸਭ ਚੀਜ਼ ਹੋ ਸਕਦੀ ਹੈ। ਲੇਕਿਨ ਕੁਝ ਐਸੇ ਆਦਮੀ ਹਨ ਜਿਹੜੇ ਜੇ ਗੌਰਮੈਂਟ ਨਾਲ ਕੁਝ ਉਹਨਾਂ ਦਾ ਰਾਬਤਾ ਹੈ ਜਾਂ ਉਹਨਾਂ ਦੀ ਅਪਰੋਚ ਹੈ, ਉਹ ਚਾਹੁੰਦੇ ਨੇ ਕਿ ਇਹ ਚੀਜ਼ ਨਾ ਹੋਵੇ। ਔਰ ਸਾਡੇ ਨੁਮਾਇੰਦੇ ਆਣ ਜਿਹੜੇ ਕਿ ਉਹਨਾਂ ਧਾਰਮਿਕ ਹਨ, ਸਿਰਫ ਉਹਨਾਂ ਦਾ ਇੱਕੋ ਮਕਸਦ ਹੈ ਕਿ ਪੈਸਾ ਇਕੱਠਾ ਕਰਨਾ ਔਰ ਕਿਸ ਤਰ੍ਹਾਂ ਇਸਤੇਮਾਲ ਕਰਨਾ, ਕਿਸ ਤਰ੍ਹਾਂ ਖਾਣਾ। ਸੋ ਇਸ ਵਾਸਤੇ ਸਾਡਾ ਇੱਕੋ ਨਿਸ਼ਾਨਾ ਹੈ ਕਿ ਅਸੀਂ ਸੰਗਤ ਨੂੰ, ਜੰਮੂ ਕਸ਼ਮੀਰ ਦੇ ਸਿੱਖ ਬਰਾਦਰੀ ਭਾਈਚਾਰੇ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਇਹ ਜੋ ਫੈਸਲਾ ਹੈ ਇਲੈਕਸ਼ਨ ਦਾ, ਇਹ ਬੜਾ ਜ਼ਰੂਰੀ ਹੈ। ਇਲੈਕਸ਼ਨ ਹੋਣੀ ਚਾਹੀਦੀ ਹੈ, ਨਾ ਕਿ ਸਿਲੈਕਸ਼ਨ ਹੋਣੀ ਚਾਹੀਦੀ ਹੈ। ਸੋ ਇਹ ਕਿ ਅਸੀਂ ਹਾਲਾਤ ਦੇ ਮੁਤਾਬਕ ਅਸੀਂ ਹਰ ਵਕਤ ਇਹੀ ਗੱਲ ਕੀਤੀ ਹੈ। ਜਿਸ ਤਰ੍ਹਾਂ ਸਰਦਾਰ ਅਵਤਾਰ ਸਿੰਘ ਜੀ ਖਾਲਸਾ, ਸਰਦਾਰ ਮਨਮੋਹਨ ਸਿੰਘ ਜੀ ਖਾਲਸਾ ਔਰ ਦਾਸ ਅਸਾਂ ਨੇ ਇੱਕ ਤੈਯਾ ਕੀਤਾ ਸੀ ਕਿ ਅਸੀਂ ਜਿਹੜਾ ਇਹ ਫੈਸਲਾ ਹੈ ਇਸ ਫੈਸਲੇ ਬਖਾਲਤ ਕਰਨੀ ਹੈ ਔਰ ਇਲੈਕਸ਼ਨ ਜਿਹੜੀ ਹੈ ਕਰਾਣੀ ਅਸਾਂ ਇਲੈਕਸ਼ਨ ਹੋਣੀ ਚਾਹੀਦੀ ਹੈ। ਬਾਕੀ ਜੋ ਸਾਡੇ ਬਾਕੀ ਸਾਥੀ ਕਰਨਗੇ ਅਸੀਂ ਨੇ ਨਾਲ ਹਾਂ, ਬਿਲਕੁਲ ਪੂਰੇ ਸ਼ਾਨ ਨਿਸ਼ਾਨ ਨਾਲ ਚੱਲਾਂਗੇ। ਔਰ ਜੋ ਇਲੈਕਸ਼ਨ ਦਾ ਸਿਲਸਿਲਾ ਹੈ ਇਹ ਕਰਾਉਣਾ ਸਾਂ, ਇਹਦੇ ਅਸੀਂ ਸਭ ਸ਼ਾਮਲ ਹਾਂ। ਮੈਂ ਇਤਨੇ ਹੀ ਗੱਲਾਂ ਆਪ ਜੀ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਜੀ। ਜਥੇਦਾਰ ਸਰਦਾਰ ਮੋਹਿੰਦਰ ਸਿੰਘ ਜੀ ਹੋਣਾ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਕਿ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਉਹ ਨੋਮੀਨੇਸ਼ਨ ਦੇ ਪੱਖ ਵਿੱਚ ਨਹੀਂ ਹੈਗੇ, ਇਲੈਕਸ਼ਨ ਹੋਣੀ ਚਾਹੀਦੀ ਹੈ। ਤੇ ਹੁਣ ਮੇਰੇ ਸੱਜੇ ਪਾਸੇ ਸਰਦਾਰ ਮਨਮੋਹਨ ਸਿੰਘ ਜੀ ਬੈਠੇ ਨੇ। ਆਪਾਂ ਇਹਨਾਂ ਦੇ ਵੀ ਵਿਚਾਰ ਜਿਹੜੇ ਇਹਦੇ ਉੱਪਰ ਜ਼ਰੂਰ ਲਵਾਂਗੇ ਕਿ ਜਿਹੜਾ ਹੁਣ ਇਹ ਵਿਸ਼ਾ ਚੱਲ ਰਿਹਾ ਹੈ ਇਲੈਕਸ਼ਨ ਵਰਸਸ ਨੋਮੀਨੇਸ਼ਨ, ਤੁਸੀਂ ਉਹਨੂੰ ਕਿਵੇਂ ਵੇਖਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਮਾਨੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਆ ਸਿੱਖ ਸਰਗਰਮੀਆਂ ਜਿਹੜੀਆਂ ਨੇ, ਜੋ ਸਿੱਖਾਂ ਦੀਆਂ ਕੋਈ ਵੀ ਸਮੱਸਿਆਵਾਂ ਨੇ ਉਹ ਲਿਆ ਕੇ ਸਿੱਖ ਸੰਗਤ ਸਾਹਮਣੇ ਰੱਖਦੇ ਨੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਆਪ ਜੀ ਨੇ ਕੁਐਸਚਨ ਕੀਤਾ ਇਲੈਕਸ਼ਨ ਤੇ ਨੋਮੀਨੇਸ਼ਨ। ਇੱਕ ਜੰਮੂ ਡਿਸਟ੍ਰਿਕਟ ਹੀ ਇੱਕ ਐਸਾ ਹੈ, ਬਾਕੀ ਤੁਸੀਂ ਕਿਸੇ ਡਿਸਟ੍ਰਿਕਟ ਵਿੱਚ ਚਲੇ ਜਾਓ, ਕਿਸੇ ਡਿਸਟ੍ਰਿਕਟ ਵਿੱਚ ਕੋਈ ਲੜਾਈ ਨਹੀਂ ਹੈ, ਕੋਈ ਉਹਨਾਂ ਦੇ ਆਪੋਜ਼ਿਟ ਪਾਰਟੀ ਨਹੀਂ ਹੈ। ਔਰ ਮੈਂ ਕੱਲ ਜਿਹੜਾ ਉਹ ਕਠੂਆ ਡਿਸਟ੍ਰਿਕਟ ਵਿੱਚ
ਤਰਨਜੀਤ ਸਿੰਘ ਭੋਲਾ ਜੋ ਪ੍ਰਧਾਨ ਹਨ ਉੱਥੇ, ਮੇਰੀ ਉਹਨਾਂ ਨਾਲ ਗੱਲਬਾਤ ਸੀ ਕਿਉਂਕਿ ਉਹਨਾਂ ਦੇ ਘਰ ਮੈਂ ਕਿਸੇ ਡੈਥ ਤੇ ਗਿਆ ਸੀ। ਉਹ ਦੱਸ ਰਹੇ ਸਨ, ਕਹਿੰਦੇ ਸਨ ਕਿ ਜੰਮੂ ਦਾ ਜੋ ਜੰਮੂ ਡਿਸਟ੍ਰਿਕਟ ਹੈ, ਕਿਉਂਕਿ ਜਿੰਨੀ ਵੀ ਜਿਹੜੀ ਲੜਾਈ ਹੈ ਕਿ ਇਹੋ ਜਿਹੇ ਲੋਕ ਜਿਹੜੇ ਜੰਮੂ ਡਿਸਟ੍ਰਿਕਟ ਸਭ ਤੋਂ ਪਹਿਲਾਂ ਜੰਮੂ ਡਿਸਟ੍ਰਿਕਟ ਹੀ ਡਿਸਟਰਬ ਹੁੰਦਾ ਹੈ, ਉਹਦੀ ਕਰਕੇ ਇਹ ਸਾਰੇ ਡਿਸਟ੍ਰਿਕਟ ਜਿਹੜੇ ਡਿਸਟਰਬ ਹੁੰਦੇ। ਜੰਮੂ ਡਿਸਟ੍ਰਿਕਟ ਜਿਹੜਾ ਉਹਦੇ ਵਿੱਚ ਬਹੁਤ ਸਾਰੇ ਐਸੇ ਲੋਕ ਹਨ ਜਿਹੜੇ ਬੈਕ ਡੋਰ ਤੋਂ ਐਂਟਰੀ ਚਾਹੁੰਦੇ, ਕਿਉਂਕਿ ਸੰਗਤ ਉਹਨਾਂ ਨੂੰ ਨਹੀਂ ਚਾਹਦੀ। ਸੰਗਤ ਉਹਨਾਂ ਨੂੰ ਨਹੀਂ ਚਾਹਦੀ ਕਿਉਂਕਿ ਉਹਨਾਂ ਨੇ ਅੱਗੇ ਇਲੈਕਸ਼ਨਾਂ ਪਿਛਲੇ 20 ਸਾਲ ਤੋਂ ਇਲੈਕਸ਼ਨ ਲੜ ਕੇ ਦੇਖੀਆਂ ਨੇ ਉਹਨਾਂ ਨੇ, ਉਹ ਹਰ ਵਾਰੀ ਹਾਰੇ, ਔਰ ਹਾਰਨ ਤੋਂ ਬਾਅਦ ਉਹਨਾਂ ਨੂੰ ਇਹ ਪਤਾ ਹੈ ਕਿ ਅਗਰ ਇਸ ਵਾਰ ਵੀ ਇਲੈਕਸ਼ਨ ਹੋਏਗੀ ਤੇ ਅਸਾਂ ਨਹੀਂ ਜਿੱਤਣਾ, ਔਰ ਸੰਗਤ ਉਹਨਾਂ ਨੂੰ ਲਾਈਕ ਨਹੀਂ ਕਰਦੀ। ਔਰ ਮੇਰੀ ਜਿਹੜੀ ਪਰਜੋਰ ਬੇਨਤੀ ਸੰਗਤ ਅੱਗੇ ਹੈ ਕਿ ਸੰਗਤ ਵੀ ਇਸ ਵੇਲੇ ਜੋ ਬੁੱਧੀਜੀਵੀ ਲੋਕ ਹਨ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਕਿ ਇਸ ਵੇਲੇ ਇਲੈਕਸ਼ਨ ਹੋਣੀ ਚਾਹੀਦੀ ਹੈ, ਨਾ ਕਿ ਸਿਲੈਕਸ਼ਨ ਹੋਣੀ ਚਾਹੀਦੀ ਹੈ, ਨਾਮੀਨੇਸ਼ਨ ਹੋਣੀ ਚਾਹੀਦੀ ਹੈ। ਔਰ ਨਾਮੀਨੇਸ਼ਨ ਜਿਹੜੀ ਹੈ ਇਹ ਉਹ ਲੋਕ ਆਉਣਗੇ ਜਿਨ੍ਹਾਂ ਨੇ 8-8 10 ਸਾਲ ਇਹਨਾਂ ਜਾਣਾ ਨਹੀਂ, ਔਰ ਇਹਨਾਂ ਨੇ ਕੌਮ ਦਾ ਇੱਕ ਵੀ ਪੈਸਾ ਜਿਹੜਾ ਉਹ ਨਹੀਂ ਕੰਮ ਸਵਾਰਨਾ, ਔਰ ਸਿਰਫ ਤੇ ਸਿਰਫ ਇਹ ਗੁਰਦੁਆਰਾ ਗੁਰੂ ਘਰ ਦੇ ਜਿਹੜੇ ਪ੍ਰਬੰਧ ਨਹੀਂ, ਗੁਰੂ ਘਰ ਦੀ ਗੋਲਕਾਂ ਜਿਹੜੀਆਂ ਇਹਨਾਂ ਨੇ ਉਹਨਾਂ ਨੇ ਆਪਣੇ ਨਿੱਜੀ ਤੌਰ ਤੇ ਯੂਜ਼ ਕਰਨੀਆਂ ਨੇ। ਔਰ ਸੰਗਤ ਨੂੰ ਇਹਨਾਂ ਨੇ ਸੰਗਤ ਦਾ ਕੋਈ ਵੀ ਜਿਹੜਾ ਕੰਮ ਹੈ ਜੋ ਉਹਨਾਂ ਦਾ ਸਿੱਖ ਕੌਮ ਦਾ ਜੋ ਜੰਮੂ ਕਸ਼ਮੀਰ ਦੇ ਅੰਦਰ ਜਿਹੜਾ ਪੈਂਡਿੰਗ ਸਾਡੇ ਪੰਜਾਬੀ ਨਹੀਂ ਹੈ ਉਹ ਨਹੀਂ ਲਾਗੂ ਹੋ ਸਕੀ, ਮਿਨਾਰਟੀ ਕਮਿਸ਼ਨ ਜਿਹੜਾ ਹੈ ਉਹ ਕਿਸੇ ਵੀ ਮੁੱਦੇ ਪਰ ਕੰਮ ਨਹੀਂ ਕਰਨਗੇ, ਸਿਰਫ ਤੇ ਸਿਰਫ ਉਹਨਾਂ ਨੂੰ ਬੈਕਡੋਰ ਐਂਟਰੀ ਚਾਹੀਦੀ ਹੈ। ਮੇਰੀ ਪਰਜੋਰ ਅਪੀਲ ਜਿਹੜੀ ਸਿੱਖ ਸੰਗਤ ਅੱਗੇ ਇਹ ਹੈ ਕਿ ਜਿਹੜੀ ਇਲੈਕਸ਼ਨ ਹੈ ਉਸ ਇਲੈਕਸ਼ਨ ਦੇ ਵਿੱਚ ਸੰਗਤ ਵੀ ਕੰਗਾਰਾ ਭਰੇ ਗੌਰਮੈਂਟ ਅੱਗੇ ਕਿ ਗੌਰਮੈਂਟ ਨੂੰ ਚਾਹੀਦਾ ਕਿ ਇਲੈਕਸ਼ਨ ਕਰਵਾਈ ਜਾਏ, ਜਿਹੜਾ ਗੌਰਮੈਂਟ ਦਾ ਇੱਕ ਐਕਟ ਬਣਿਆ ਐਕਟ ਮੁਤਾਬਕ ਇਲੈਕਸ਼ਨ ਕਰਾਈ ਜਾਏ ਔਰ ਨਾ ਕਿ ਨਾਮੀਨੇਸ਼ਨ ਕੀਤੀ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਦੇ ਨਾਲ ਆਪਾਂ ਸਾਰਿਆਂ ਦੇ ਵਿਚਾਰ ਹੀ ਸੁਣੇ, ਸਰਦਾਰ ਅਵਤਾਰ ਸਿੰਘ ਜੀ ਖਾਲਸਾ ਉਹਨਾਂ ਨੇ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ, ਜਥੇਦਾਰ ਸਰਦਾਰ ਮੋਹਿੰਦਰ ਸਿੰਘ ਜੀ, ਸਰਦਾਰ ਮਨਮੋਹਨ ਸਿੰਘ ਜੀ, ਤਾਂ ਇਹਨਾਂ ਦਾ ਇਹੀ ਕਹਿਣਾ ਹੈ ਕਿ ਇਲੈਕਸ਼ਨ ਹੋਣੀ ਚਾਹੀਦੀ ਹੈ, ਨੋਮੀਨੇਸ਼ਨ ਦੇ ਹੱਕ ਵਿੱਚ ਇਹ ਨਹੀਂ ਹੈਗੇ, ਕਿਉਂਕਿ ਇਹਨਾਂ ਦੇ ਵਿਚਾਰਧਾਰਾ ਦੇ ਅਨੁਸਾਰ, ਇਹਨਾਂ ਦੇ ਵਿਚਾਰਾਂ ਦੇ ਅਨੁਸਾਰ ਨੋਮੀਨੇਸ਼ਨ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਨੇ। ਨੋਮੀਨੇਸ਼ਨ ਹੋਣੀ ਸਾਡੇ ਸਿੱਖ ਪੰਥ ਦੇ ਵਿੱਚ ਸਾਨੂੰ ਜਿਹੜੀ ਇਹਨਾਂ ਨੂੰ ਇਹ ਲੱਗਦਾ ਹੈ ਕਿ ਉਹ ਸਹੀ ਨਹੀਂ ਹੈ, ਉਹਦੇ ਨਾਲ ਚੰਗੇ ਜਿਹੜੇ ਲੋਕ ਨੇ, ਜਿਹੜੇ ਸੂਝਵਾਨ ਲੋਕ ਨੇ ਜਾਂ ਜਿਹੜੇ ਇਹਦੇ ਲਈ ਐਲੀਜੀਬਲ ਨੇ ਉਹ ਅੱਗੇ ਨਹੀਂ ਆਉਣਗੇ। ਔਰ ਦੂਜੀ ਗੱਲ, ਜਦੋਂ ਸਰਦਾਰ ਮਨਮੋਹਨ ਸਿੰਘ ਜੀ ਉਹਨਾਂ ਨੇ ਇਹ ਕਿਹਾ ਕਿ ਉਹ ਲੋਕ ਨੋਮੀਨੇਸ਼ਨ 'ਚ ਅੱਗੇ ਆਉਣਗੇ ਜਿਹੜੇ 8-8 10-10 ਸਾਲ ਤੋਂ ਜਿਹੜੇ ਇਲੈਕਸ਼ਨ ਦੇ ਵਿੱਚ ਜਦੋਂ ਉਹਨਾਂ ਨੇ ਇਲੈਕਸ਼ਨ ਲੜੀ ਉਹ ਨਹੀਂ ਜਿੱਤ ਸਕੇ, ਤਾਂ ਇੱਥੇ ਅਵੇਅਰ ਹੋ ਜਾਣਾ ਚਾਹੀਦਾ ਕਿ ਉਹ ਲੋਕ ਫਿਰ ਨੋਮੀਨੇਟ ਵੀ ਨਹੀਂ ਹੋਣਗੇ, ਨੋਮੀਨੇਸ਼ਨ ਦੇ ਵਿੱਚ ਵੀ ਸ਼ਾਇਦ ਨਹੀਂ ਆ ਸਕਣਗੇ, ਕਿਉਂਕਿ ਜੇਕਰ ਉਹਨੂੰ 8-10 ਸਾਲ ਉਹਨਾਂ ਨੂੰ ਸੰਗਤ ਨੇ ਨਹੀਂ ਚੁਣਿਆ ਤਾਂ ਅਗਾਂਹ ਸੰਗਤ ਕਿਵੇਂ ਉਹਨਾਂ ਨੂੰ ਅਲੋ ਕਰ ਸਕਦੀ ਹੈ ਜਾਂ ਕਿਵੇਂ ਉਹ ਇਹਦੇ ਲਈ ਯੋਗਤਾ ਰੱਖ ਸਕਦੇ ਨੇ, ਇਹ ਬਾਕੀ ਸਾਰਾ ਸੰਗਤ ਤੇ ਡਿਪੈਂਡ ਕਰਦਾ। ਔਰ ਇਹ ਤੁਸੀਂ ਸਾਰਾ ਜਿੱਦਾਂ ਵਿਚਾਰ ਸਾਂਝੇ ਕੀਤੇ ਗਏ ਨੇ ਇਹਨਾਂ ਦੇ ਰਾਹੀਂ, ਸਾਰਿਆਂ ਦੇ ਰਾਹੀਂ, ਉਹ ਬਿਲਕੁਲ ਲਾਈਵ ਸਨ। ਇੱਕ ਬਾਣੀ ਚੈਨਲ ਨੂੰ ਜਿੱਦਾਂ ਆਪਣਾ ਜਿਹੜਾ ਸਾਡਾ ਇਹ ਮਕਸਦ ਹੈ, ਅਸੀਂ ਸਿੱਖ ਸਰਗਰਮੀਆਂ ਨੂੰ, ਹਰ ਇੱਕ ਸਿੱਖੀ ਦੇ ਮੁੱਦੇ ਨੂੰ ਤੁਹਾਡੇ ਤੱਕ ਪਹੁੰਚਾਈਏ। ਔਰ ਦੂਸਰਾ ਨਾਲ ਇਹ ਵੀ ਬਹੁਤ ਜ਼ਰੂਰੀ ਗੱਲ ਬਣਦੀ ਹੈ ਕਿ ਭਾਵੇਂ ਕਿ ਜਿੱਦਾਂ ਸਰਦਾਰ ਅਵਤਾਰ ਸਿੰਘ ਖਾਲਸਾ ਜੀ ਉਹਨਾਂ ਨੇ ਕਿਹਾ ਕਿ ਧੜੇਬੰਦੀਆਂ ਸਾਡੇ ਪਿਛੋਕੜ ਤੋਂ ਚੱਲਦੀਆਂ ਆ ਰਹੀਆਂ ਨੇ, ਪਰ ਉਹਨਾਂ ਧੜੇਬੰਦੀਆਂ ਨੂੰ ਕਿੱਦਾਂ ਅਸੀਂ ਵੇਖਦੇ ਹਾਂ, ਕਿੱਦਾਂ ਇੱਕ ਸਟ੍ਰੈਟਜੀ ਦੇ ਨਾਲ, ਕਿਵੇਂ ਇੱਕ ਵਧੀਆ ਤਕਨੀਕ ਦੇ ਨਾਲ ਉਹਨਾਂ ਧੜੇਬੰਦੀਆਂ ਦੇ ਵਿੱਚ ਸਾਡੇ ਮੁੱਦੇ ਹੱਲ ਹੁੰਦੇ ਨੇ, ਇਹ ਹੱਲ ਹੋਣੇ ਜ਼ਰੂਰੀ ਨੇ। ਕਿਉਂਕਿ ਜਿੱਦਾਂ ਆਪਾਂ ਕਹਿੰਦੇ ਹਾਂ ਸੰਗਤ ਬਹੁਤ ਭੋਲੀ ਹੈ, ਸੰਗਤ ਨੂੰ ਇਹਨਾਂ ਚੀਜ਼ਾਂ ਦੇ ਨਾਲ ਬਹੁਤਾ ਫਰਕ ਪੈਂਦਾ ਨਹੀਂ ਆ, ਪਰ ਇਸ ਸਮੇਂ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ। ਹੁਣ ਤੁਸੀਂ ਵੀ ਕਮੈਂਟਸ ਦੇ ਰਾਹੀਂ ਆਪਣੀ ਰਾਏ ਜ਼ਰੂਰ ਦਿਓ ਕਿ ਇਲੈਕਸ਼ਨ ਵਰਸਸ ਨੋਮੀਨੇਸ਼ਨ, ਜਿੱਦਾਂ ਅੱਜ ਆਪਾਂ ਸਰਦਾਰ ਅਵਤਾਰ ਸਿੰਘ ਜੀ ਖਾਲਸਾ ਹੋਣਾ ਦੇ, ਜਥੇਦਾਰ ਮੋਹਿੰਦਰ ਸਿੰਘ ਜੀ, ਸਰਦਾਰ ਮਨਮੋਹਨ ਸਿੰਘ ਜੀ, ਇਹਨਾਂ ਦੇ ਵਿਚਾਰ ਤੁਹਾਡੇ ਤੱਕ ਪਹੁੰਚਾਏ ਨੇ, ਤਾਂ ਜਿਹੜੇ ਲੋਕ ਨੋਮੀਨੇਸ਼ਨ ਦੇ ਹੱਕ ਦੇ ਵਿੱਚ ਹੈਗੇ ਨੇ ਉਹ ਵੀ ਇੱਕ ਬਾਣੀ ਚੈਨਲ ਦੇ ਰਾਹੀਂ ਆਪਾਂ ਉਹਨਾਂ ਦੇ ਵਿਚਾਰ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਨੋਮੀਨੇਸ਼ਨ ਜਿਹੜੀ ਆ ਉਹ ਕਿਵੇਂ ਫਾਇਦੇਮੰਦ ਆ। ਜਿਵੇਂ ਇਹਨਾਂ ਦੇ ਰਾਹੀਂ ਨੁਕਸਾਨ ਦੱਸੇ ਗਏ ਨੇ ਕਿ ਨੋਮੀਨੇਸ਼ਨ ਦੇ ਨਾਲ ਇਹ ਨੁਕਸਾਨ ਨੇ, ਤਾਂ ਹੁਣ ਤੁਸੀਂ ਨੋਮੀਨੇਸ਼ਨ ਦੇ ਫਾਇਦੇ ਵੀ ਜ਼ਰੂਰ ਗਣਾਇਓ ਵੀ ਨੋਮੀਨੇਸ਼ਨ ਦੇ ਕੀ ਫਾਇਦੇ ਨੇ। ਇਲੈਕਸ਼ਨ ਵਰਸਸ ਨੋਮੀਨੇਸ਼ਨ ਇੱਕ ਜ਼ਰੂਰੀ ਮੁੱਦਾ ਹੈ ਔਰ ਇਹਦੇ ਉੱਤੇ ਤੇ ਅਸੀਂ ਗੱਲਬਾਤ ਜਿਹੜੀ ਲਗਾਤਾਰ ਕਰਦੇ ਰਵਾਂਗੇ, ਕਿਉਂਕਿ ਸੰਗਤ ਦੇ ਤੱਕ ਸਾਰਿਆਂ ਦੇ ਵਿਚਾਰ ਪਹੁੰਚਣੇ ਬਹੁਤ ਜ਼ਰੂਰੀ ਨੇ, ਤੇ ਸੰਗਤ ਵੀ ਇਸ ਗੱਲ ਦੇ ਉੱਤੇ ਗੌਰ ਦੇ ਨਾਲ, ਧਿਆਨ ਦੇ ਨਾਲ, ਸੁਚੇਤ ਹੋ ਕੇ ਇਹਨਾਂ ਗੱਲਾਂ ਨੂੰ ਸੁਣੇ। ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਰਦਾਰ ਅਵਤਾਰ ਸਿੰਘ ਜੀ ਖਾਲਸਾ ਹੋਣਾ ਦਾ, ਜਥੇਦਾਰ ਮੋਹਿੰਦਰ ਸਿੰਘ ਜੀ ਤੇ ਸਰਦਾਰ ਮਨਮੋਹਨ ਸਿੰਘ ਜੀ ਹੋਣਾ ਦਾ, ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੁਸੀਂ ਜਿਹੜਾ ਗੱਲਬਾਤ ਕਰਨ ਦੇ ਲਈ ਸਮਾਂ ਦਿੱਤਾ। ਹੁਣ ਵੇਲਾ ਹੋ ਗਿਆ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।